ਦੇ ਗਿਣਤੀ ਦੀ ਪੁਸਤਕ ਦੇ ਵਿੱਚ ਅਸੀਂ ਬਹੁਤ ਐਸੀਆਂ ਚੀਜ਼ਾਂ ਹੁਣ ਦੇਖਣੀਆਂ ਜਿਨ੍ਹਾਂ ਨੇ ਸੱਚਮੁੱਚ ਜਿਨ੍ਹਾਂ ਦਾ ਅਸਰ ਅੱਜ ਤੱਕ ਵੀ ਜਿਨ੍ਹਾਂ ਨੂੰ ਕੋਟ ਕੀਤੇ ਬਗੈਰ ਤੁਸੀਂ ਅੱਗੇ ਨਹੀਂ ਵਧ ਸਕਦੇ। ਔਰ ਇਹਦੇ ਵਿੱਚ ਐਸੀਆਂ ਚੀਜ਼ਾਂ ਸਾਨੂੰ ਪ੍ਰਭੂ ਨੇ ਦਿਖਾਈਆਂ ਕਿ ਅਸੀਂ ਕਿਸ ਤਰ੍ਹਾਂ ਆਪਣੇ ਵਿਸ਼ਵਾਸ ਦੇ ਨਾਲ, ਜੇ ਸਾਡਾ ਵਿਸ਼ਵਾਸ ਇੱਕੋ ਹੀ ਚੀਜ਼ ਪ੍ਰਭੂ ਮੰਗਦਾ, ਤੇ ਤੂੰ ਇਹ ਨਾ ਦੇਖ ਕਿ ਤੇਰੇ ਅੱਗੇ ਕੀ ਹੈ ਤੇ ਤੇਰੇ ਪਿੱਛੇ ਕੀ ਹੈ, ਤੂੰ ਇਹ ਦੇਖ ਕਿ ਉੱਪਰ ਕੌਣ ਆ, ਤੇਰੇ ਨਾਲ ਕੌਣ ਆ। ਜਿੰਨੀ ਦੇਰ ਤੱਕ ਤੇਰਾ ਭਰੋਸਾ ਉਹਦੇ ਤੇ ਆ ਜੋ ਤੇਰੇ ਨਾਲ ਔਰ ਤੇਰੇ ਅੰਦਰ ਆ, ਔਰ ਜਿਸ ਤੇਰੀ ਉੱਤੋਂ ਸਵਰਗ ਤੋਂ ਤੇਰਾ ਨਿਗਾਹਬਾਨ ਤੇਰੇ ਤੇ ਨਿਗਾਹਬਾਨੀ ਰੱਖੀ ਤੇਰਾ ਬਾਲ ਦਿੰਦਾ। ਔਰ ਜਿੰਨੀ ਦੇਰ ਤੱਕ ਕੱਲ ਜਿੱਦਾਂ ਅਸੀਂ ਦੇਖਦੇ ਪਏ ਤੂੰ ਉਹਦੀ ਛਤਰ ਛਾਇਆ ਦੇ ਥੱਲੇ ਆ, ਔਰ ਜਿਸਲੇ ਤੂੰ ਅਸੀਂ ਉਸ ਦੀ ਛਤਰ ਛਾਇਆ ਤੋਂ ਬਾਹਰ ਨਿਕਲਦੇ ਆ, ਆਪਣੇ ਰਸਤੇ ਲੱਭਦੇ ਆ, ਉਹ ਦੁੱਖ ਦਿੰਦੇ ਆ। ਪਰ ਅਗਰ ਉਸ ਦੀ ਛਤਰ ਛਾਇਆ ਦੇ ਵਿੱਚ ਤੁਰਿਓ ਵੀ ਆ ਤੇ ਪ੍ਰਭੂ ਨੇ ਕਿਤੇ ਨਹੀਂ ਕਿਹਾ ਕਿ ਤੇਰੇ ਪੈਰ 'ਚ ਕੰਡਾ ਨਹੀਂ ਲੱਗੇਗਾ। ਕੰਡਾ ਲੱਗਦਾ ਆ, ਅਸੀਂ ਲੰਘਦੇ ਆ ਔਖੇ ਸਮੇਂ ਦੇ ਵਿੱਚ ਵੀ, ਪਰ ਅਸੀਂ ਪ੍ਰਭੂ ਦੀ ਛਤਰ ਛਾਇਆ ਦੇ ਥੱਲੇ ਨਹੀਂ। ਸੋ ਅਸੀਂ ਮੁੜ ਕੇ ਉਹ ਸਾਨੂੰ ਆਪਣੇ ਹੱਥਾਂ ਦੇ ਉੱਤੇ ਚੁੱਕ ਕੇ ਤੁਰਦਾ, ਔਰ ਜਿਸਲੇ ਫਿਰ ਅਸੀਂ ਯੋਗ ਹੋ ਜਾਂਦੇ ਤਾਂ ਫਿਰ ਉਹ ਸਾਨੂੰ ਛੱਡ ਦਿੰਦਾ ਕਿ ਹੁਣ ਤੁਸੀਂ ਤੁਰੋ। ਸੋ ਇਹ ਹੁਣ ਜਿਸ ਹਿੱਸੇ ਤੱਕ ਅਸੀਂ ਪਹੁੰਚ ਚੁੱਕੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਣਾ ਕਿ ਇਹਨਾਂ ਲੋਕਾਂ ਦੀ ਜਨਗਣਨਾ ਹੋਣੀ ਹੈ। ਕਈਆਂ ਨੇ ਕਹਿਣਾ ਕਿ ਹੁਣ ਜਿੱਥੇ ਤੱਕ ਅਸੀਂ ਗਿਣਤੀ ਕੀਤੀ ਆ ਇਹ ਤਾਂ 6 ਲੱਖ ਹੀ ਆ, ਅਸੀਂ ਤਾਂ ਇੰਨਾ ਕੁਛ ਪੜ੍ਹ ਹਟੇ ਹਾਂ, ਵੀ ਹਾਲੇ ਸਾਲ ਵੀ ਨਹੀਂ ਬੀਤਿਆ। ਸੋ ਇੱਥੇ ਅਗਰ ਤੁਸੀਂ ਆਪਣੀ ਬਾਈਬਲ ਦੇ ਵਿੱਚ ਲਿਖਣਾ ਮੰਗਦੇ ਆ ਤੇ ਮਈ ਦੇ ਮਹੀਨਾ ਆ ਤੇ ਮਸੀਹ ਦੇ ਆਉਣ ਤੋਂ 1461 ਸਾਲ, ਜਿਸ ਵੇਲੇ ਹੁਣ ਇਹਨਾਂ ਨੇ ਆਪਣੇ ਜਿਹੜੇ ਟੈਂਟ ਆ ਉਹ ਸੀਨਾ ਪਹਾੜ ਤੋਂ ਉਹਨਾਂ ਨੇ ਆਪਣੇ ਟੈਂਟ ਹੁਣ ਪੱਟਣੇ, ਔਰ ਹੁਣ ਪ੍ਰਭੂ ਨੇ ਇਹਨਾਂ ਨੂੰ ਕਹਿਣਾ ਕਿ ਹੁਣ ਤੁਸੀਂ ਇੱਥੋਂ ਉੱਠੋ ਔਰ ਹੁਣ ਤੁਸੀਂ ਜਰਦਨ ਦੀ ਵਾਦੀ ਦੇ ਵੱਲ ਨੂੰ ਵਧੋ। ਸੋ ਹੁਣ ਇਹਨਾਂ ਨੂੰ ਇੱਥੋਂ ਉਠਾਲ ਕੇ ਰਸਤੇ ਦੇ ਵਿੱਚ ਬਿਠਾਲ ਕੇ ਪ੍ਰਭੂ ਨੇ ਉਹਨਾਂ ਨੂੰ ਸਾਰਾ ਕੁਛ ਸਿਖਾਇਆ। ਰਸਤੇ ਦੇ ਵਿੱਚ ਬਿਠਾਲ ਕੇ ਪ੍ਰਭੂ ਨੇ ਉਹਨਾਂ ਨੂੰ ਨਿਯਮ ਦਿੱਤੇ, ਰਸਤੇ ਦੇ ਵਿੱਚ ਬਿਠਾ ਕੇ ਪ੍ਰਭੂ ਨੇ ਉਹਨਾਂ ਨੂੰ ਲਾ ਦਿੱਤਾ ਕਿ ਤੁਹਾਡੇ ਦੇਸ਼ ਦਾ ਲਾ ਕਾਨੂੰਨ ਕੀ ਹੋਏਗਾ, ਤੁਸੀਂ ਕਿਹੜੇ ਕਾਨੂੰਨ ਦੇ ਵਿੱਚ ਰਹੋਗੇ। ਰਸਤੇ ਦੇ ਵਿੱਚ ਬਿਠਾ ਕੇ ਪ੍ਰਭੂ ਨੇ ਉਹਨਾਂ ਨੂੰ ਦੱਸਿਆ ਕਿ ਇਹ ਕਾਨੂੰਨ ਨੂੰ ਕਿਹੜੇ ਲੋਕ ਚਲਾਉਣਗੇ, ਔਰ ਜਿਹੜੇ ਚਲਾਉਣਗੇ ਉਹਨਾਂ ਨੂੰ ਪ੍ਰਭੂ ਨੇ ਵੱਖਰੇ ਕੀਤਾ। ਸੋ ਹੁਣ ਅਸੀਂ ਦੇਖਣਾ ਕਿ ਪ੍ਰਭੂ ਨੇ ਹੁਣ ਇਹਨਾਂ ਨੂੰ ਲੈ ਕੇ ਤੁਰਨਾ, ਔਰ ਬੜੀ ਸ਼ਾਨ ਦੇ ਨਾਲ ਲੈ ਕੇ ਤੁਰਨਾ। ਇਹ ਨਹੀਂ ਕਿ ਮੂਸਾ ਮੋਰੇ ਮੂਵੀਆਂ ਦਿਖਾ ਦਿੰਦੇ ਕਿ ਮੋਰੇ ਤੁਰਿਆ ਤੇ ਪਿੱਛੇ ਡਾਰ ਲੋਕਾਂ ਦੀ ਤੁਰੀ ਹੋ, ਏਦਾਂ ਨਹੀਂ ਹੈਗਾ ਸੀ। ਇਹ ਬਸ ਉਹ ਏਦਾਂ ਚੱਲ ਰਿਹਾ ਸੀ ਜਿੱਦਾਂ ਕਿ ਇੱਕ ਡਿਸਿਪਲਿਨ ਸੀ, ਜਿਸ ਤਰ੍ਹਾਂ ਕਿ ਇੱਕ ਆਰਮੀ ਜਾ ਰਹੀ ਹੁੰਦੀ ਹੈ, ਔਰ ਆਪਣੇ ਖਾਨਦਾਨਾਂ ਦੇ ਵਿੱਚ ਚੱਲ ਰਹੇ ਸੀ। ਸੋ ਆਓ ਸਭ ਤੋਂ ਪਹਿਲਾਂ ਅਸੀਂ ਇਸ ਦਾ ਪਹਿਲਾ ਭਾਵ ਦੇਖਦੇ ਹਾਂ, ਔਰ ਪਹਿਲੇ ਭਾਵ ਦੇ ਵਿੱਚ ਸਾਨੂੰ ਇੱਥੇ ਗਿਣਤੀ ਦੱਸੀ ਗਈ ਹੈ। ਜਿਸ ਨੂੰ ਮਿਲ ਜਾਏ ਉਸ ਨੂੰ ਪੜ੍ਹੇ। ਅਸੀਂ ਗਿਣਤੀ ਦਾ ਪਹਿਲਾ ਭਾਵ ਔਰ ਪੰਨਾ ਹੈਗਾ 182। ਮੈਂ ਪੜ੍ਹ ਦਿੰਦੀ ਪਾਸਟਰ ਜੀ। ਗੋ ਅਹੈਡ ਮੇਰੀ। ਪਹਿਲੀ ਜਨਗਣਨਾ ਇਜ਼ਰਾਈਲੀਆਂ ਦੇ ਮਿਸਰ ਵਿੱਚੋਂ ਨਿਕਲਣ ਦੇ ਪਿੱਛੋਂ ਦੂਜੇ ਸਾਲ ਦੇ ਦੂਜੇ ਮਹੀਨੇ ਦੀ ਪਹਿਲੀ ਤਰੀਕ ਵਾਲੇ ਦਿਨ ਸੀਨੇ ਦੀ ਉਜਾੜ ਵਿੱਚ ਪ੍ਰਭੂ ਨੇ ਸੰਗਤ ਦੇ ਤੰਬੂ ਵਿੱਚ ਮੂਸਾ ਨੂੰ ਦਰਸ਼ਨ ਦੇ ਕੇ ਕਿਹਾ, ਤੂੰ ਹਾਰੂਨ ਨੂੰ ਨਾਲ ਲੈ ਕੇ ਇਜ਼ਰਾਈਲੀ ਲੋਕਾਂ ਦੀ ਜਨਗਣਨਾ ਕਰ। ਤੁਸੀਂ ਹਰ ਕਬੀਲੇ ਦੇ ਟੱਬਰਵਾਰ ਆਦਮੀਆਂ ਦੀ ਗਿਣਤੀ ਕਰਨਾ। ਗਿਣਤੀ ਵਿੱਚ ਕੇਵਲ 20 ਸਾਲਾਂ ਅਤੇ ਇਸ ਦੇ ਉੱਪਰ ਦੀ ਉਮਰ ਦੇ ਆਦਮੀਆਂ ਨੂੰ ਜੋ ਯੁੱਧ ਵਿੱਚ ਹਿੱਸਾ ਲੈ ਸਕਦੇ ਹਨ ਲੈਣਾ। ਹਰ ਕਬੀਲੇ ਵਿੱਚੋਂ ਇੱਕ ਆਗੂਏ ਨੂੰ ਆਪਣੀ ਮਦਦ ਦੇ ਲਈ ਨਾਲ ਲੈ ਲਵੀਂ। ਇਹਨਾਂ ਆਗੂ ਆਦਮੀਆਂ ਦੇ ਕਬੀਲੇਵਾਰ ਇਹ ਨਾਂ ਹਨ ਜਿਨ੍ਹਾਂ ਨੂੰ ਤੁਸੀਂ ਆਪਣੇ ਨਾਲ ਮਦਦ ਲਈ ਲੈਣਾ। ਕਬੀਲਾ ਤੇ ਆਗੂ: ਰਊਬੇਨ, ਅਲੀਸੂਰ ਸ਼ੇਦੇਊਰ ਦਾ ਪੁੱਤਰ,
शिमाउन सैमुअल शुरदाई दा पुत्र, यहूदा नहशोन अमीनादाब दा पुत्र, यिसकार नथनेल सुआर दा पुत्र, जबूलन अलियाब हेलोन दा पुत्र, यूसुफ हेफ्राइम अलीशामा अमीहूद दा पुत्र, मनशा गमलिएल पदारसूर दा पुत्र, बिन्यामीन अबिदान गिदौनी दा पुत्र, दान अहीअजर अमीशदाई दा पुत्र, आशेर पगिएल आकराम दा पुत्र, गाद अल साफ दाऊल दा पुत्र, नफताली अहीरा इनान दा पुत्र। सो ਇਹ ਆਗੂ ਹਨ ਜੋ ਤੁਸੀਂ ਇਜ਼ਰਾਈਲੀ ਲੋਕਾਂ ਵਿੱਚੋਂ ਆਪਣੇ ਨਾਲ ਮਦਦ ਲਈ ਲੈਣਾ। ਮੂਸਾ ਅਤੇ ਹਾਰੂਨ ਨੇ ਇਹਨਾਂ ਆਦਮੀਆਂ ਨੂੰ ਨਾਲ ਲੈ ਕੇ ਪ੍ਰਭੂ ਦੇ ਕਹੇ ਅਨੁਸਾਰ ਕੀਤਾ। ਉਹਨਾਂ ਨੇ ਦੂਜੇ ਮਹੀਨੇ ਦੀ ਪਹਿਲੀ ਤਰੀਕ ਨੂੰ ਇਜ਼ਰਾਈਲ ਦੀ ਸਾਰੀ ਸੰਗਤ ਨੂੰ ਇਕੱਠਿਆਂ ਕੀਤਾ। ਉਹਨਾਂ ਨੇ ਹਰ 20 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਵਾਲਿਆਂ ਦੇ ਨਾਂ ਤਰਤੀਬਵਾਰ ਹਰ ਆਦਮੀ ਦੇ ਨਾਂ ਨਾਲ ਉਸਦੇ ਕੁੱਲ, ਪਿਤਾ ਅਤੇ ਪਿਤਾ ਦੇ ਟੱਬਰ ਦਾ ਨਾਂ ਵੀ ਲਿਖਿਆ ਗਿਆ। ਜਨਗਣਨਾ ਦਾ ਕੰਮ ਮੂਸਾ ਨੇ ਪ੍ਰਭੂ ਦੀ ਆਗਿਆ ਅਨੁਸਾਰ ਸੀਨੇ ਦੀ ਉਜਾੜ ਵਿੱਚ ਕੀਤਾ। ਇਜ਼ਰਾਈਲ ਦੇ ਸਭ ਕਬੀਲਿਆਂ ਦੀ ਗਿਣਤੀ ਦਾ ਲੇਖਾ ਰਊਬੇਨ ਦੇ ਕਬੀਲੇ ਤੋਂ ਸ਼ੁਰੂ ਕਰਕੇ ਇਸ ਤਰ੍ਹਾਂ ਨਾਲ ਹੈ। ਕਬੀਲਾ ਅਤੇ ਗਿਣਤੀ। ਰਊਏਲ 46,500, ਸ਼ਿਮਾਉਨ 59,300, ਗਾਦ 45,650, ਯਹੂਦਾ 74,600, ਯਿਸਾਕਾਰ 54,400, ਜ਼ਬੂਲੂਨ 57,400, यूसुफ इफ्राइम 40,400 ते मनशा 32,200, बिन्यामीन 35,400, दान 62,700, आशेर 41,500, नफ्ताली 53,400, कुल जोड़ 60,03,550। ਇਸ ਗਿਣਤੀ ਵਿੱਚ ਲੇਵੀ ਕਬੀਲੇ ਦੇ ਲੋਕਾਂ ਦੀ ਗਿਣਤੀ ਸ਼ਾਮਲ ਨਹੀਂ ਕੀਤੀ ਗਈ ਸੀ। ਉਹਨਾਂ ਦੇ ਬਾਰੇ ਪ੍ਰਭੂ ਨੇ ਮੂਸਾ ਨੂੰ ਕਿਹਾ ਸੀ, ਜਨਗਣਨਾ ਕਰਦੇ ਸਮੇਂ ਤੂੰ ਲੇਵੀ ਕਬੀਲੇ ਦੇ ਲੋਕਾਂ ਨੂੰ ਇਜ਼ਰਾਈਲ ਦੇ ਬਾਕੀ ਲੋਕਾਂ ਨਾਲ ਨਾ ਗਿਣੀ। ਤੂੰ ਲੇਵੀ ਕਬੀਲੇ ਦੇ ਲੋਕਾਂ ਨੂੰ ਨੇਮ ਦੇ ਤੰਬੂ ਦੀ ਦੇਖਭਾਲ ਕਰਨ ਦਾ ਕੰਮ ਸੌਂਪੀ। ਉਹ ਉਸਨੂੰ ਉਸਦੇ ਸਮਾਨ ਸਮੇਤ ਚੁੱਕ ਕੇ ਖੜਨ ਅਤੇ ਉਸਦੀ ਰਾਖੀ ਵੀ ਕਰਨ। ਉਹੀ ਨੇਮ ਦੇ ਤੰਬੂ ਨੂੰ ਖੜਾ ਕਰਨ ਅਤੇ ਉਸਨੂੰ ਪੁੱਟਣ ਵੀ। ਬਾਕੀ ਦੇ ਇਜ਼ਰਾਈਲੀ ਆਪਣੇ ਆਪਣੇ ਤੰਬੂ ਆਪਣੇ ਟੱਬਰਾਂ ਅਤੇ ਕਬੀਲਿਆਂ ਅਨੁਸਾਰ ਗੱਡਣ, ਪਰ ਲੇਵੀ ਲੋਕ ਆਪਣੇ ਤੰਬੂ ਨੇਮ ਦੇ ਤੰਬੂ ਦੇ ਚਾਰੇ ਪਾਸੇ ਗੱਡਣ ਅਤੇ ਉਸਦੀ ਰਾਖੀ ਕਰਨ। ਇਸ ਤਰ੍ਹਾਂ ਸੰਗਤ ਦੇ ਲੋਕ ਮੇਰੇ ਨੇੜੇ ਆ ਕੇ ਮੈਨੂੰ ਕ੍ਰੋਧਿਤ ਨਾ ਕਰ ਸਕਣਗੇ। ਸੋ ਇਜ਼ਰਾਈਲੀ ਲੋਕਾਂ ਨੇ ਸਭ ਕੁਝ ਪ੍ਰਭੂ ਦੇ ਕਹੇ ਅਨੁਸਾਰ ਕੀਤਾ। ਸੋ ਹੁਣ ਅਸੀਂ ਦੇਖਦੇ ਪਏ ਹਾਂ ਕਿ ਇਹ ਜਿਹੜੀ ਗਿਣਤੀ ਕੀਤੀ ਗਈ ਆ, ਇਹ 20 ਸਾਲ ਤੋਂ ਉੱਪਰ ਔਰ ਉਸ ਉਮਰ ਤੱਕ ਜਿੱਥੇ ਤੱਕ ਕਿ ਇੱਕ ਇਨਸਾਨ ਜੰਗ ਦੇ ਵਿੱਚ ਜਾ ਸਕਦਾ। ਸੋ 20 ਤੋਂ ਲੈ ਕੇ 55 ਕਹਿ ਸਕਦੇ ਆ। ਜਿਹੜੇ ਉੱਪਰਲੇ ਬਜ਼ੁਰਗ ਉਹ ਵੀ ਨਹੀਂ ਗਿਣੇ ਗਏ, ਜਿਹੜੇ ਥੱਲੜਲੇ ਬੱਚੇ ਆ ਉਹ ਵੀ ਨਹੀਂ ਗਿਣੇ ਗਏ। ਇਹ ਗਿਣਤੀ ਸਿਰਫ ਮਰਦਾਂ ਦੀ ਕੀਤੀ ਗਈ ਆ ਔਰ ਜਿਹੜੇ ਬੱਚੇ ਆ ਉਹ ਵੀ ਨਹੀਂ ਇਹਦੇ ਵਿੱਚ ਆਉਂਦੇ। ਇਹਦੇ ਵਿੱਚ ਔਰਤਾਂ ਦੀ ਗਿਣਤੀ ਵੀ ਨਹੀਂ ਆਉਂਦੀ। ਲੇਕਿਨ ਕਿਉਂਕਿ ਹੁਣ ਅਸੀਂ ਇਹ ਦੇਖਣਾ ਕਿ ਇਹ ਕਬਜ਼ਾ ਕਰਨ ਜਾ ਰਹੇ ਆ। ਬੇਸ਼ੱਕ ਜੰਗ ਪ੍ਰਭੂ ਨੇ ਲੜਨੀ, ਲੇਕਿਨ ਆਉਣ ਵਾਲਿਆਂ ਨੂੰ ਇਹ ਲੱਗੇ ਕਿ ਪੂਰੀ ਦੀ ਪੂਰੀ ਆਰਮੀ ਆ ਰਹੀ ਹੈ। ਹਰ ਇੱਕ ਦਾ ਆਪਣਾ ਰੰਗ ਹੋਏਗਾ। ਅਸੀਂ ਉਹ ਥੋੜੀ ਦੇਰ ਠਹਿਰ ਜੋ ਅਸੀਂ ਫਿਰ ਉਸ ਨੂੰ ਦੁਬਾਰਾ ਦੇਖਦੇ ਪਏ। ਲੇਕਿਨ ਇੱਕ ਚੀਜ਼ ਮੈਂ ਇੱਥੇ ਤੁਹਾਨੂੰ ਦਿਖਾਉਣਾ ਮੰਗਦਾ ਕਿ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਕਬੀਲਾ ਆ, ਉਸਦੇ ਵਿੱਚ ਜਿਹੜੇ ਬਜ਼ੁਰਗਾਂ ਦਾ ਅਸੀਂ ਨਾਂ ਗਿਣਦੇ ਹਾਂ ਜਿਸਲੇ ਮੱਤੀ ਦੀ ਪੁਸਤਕ ਦੇ ਵਿੱਚ ਜਾਂਦੇ ਹਾਂ, ਤੇ ਅਗਰ ਇੱਥੇ ਅਸੀਂ ਦੇਖੀਏ ਜਿੱਥੇ ਸਾਨੂੰ 5ਵੀਂ ਆਇਤ ਦੇ ਵਿੱਚ ਜਿੱਥੇ ਸਾਨੂੰ ਕਬੀਲਾ ਤੇ ਆਗੂਆਂ ਦੇ ਬਾਰੇ ਦੱਸਿਆ ਗਿਆ। ਸੋ ਰਾਬੇਨ ਦਾ ਕਬੀਲਾ ਆ, ਜਿਹੜੇ 12 ਪੁੱਤਰ ਸੀਗੇ, ਯਾਕੂਬ ਦੇ ਜਿਹੜੇ 12 ਪੁੱਤਰ ਸੀਗੇ, ਉਹਨਾਂ ਦੇ 12 ਦੇ ਨਾਂ ਤੇ ਉਹਨਾਂ ਦੇ ਕਬੀਲੇ। ਲੇਕਿਨ ਉਸ ਸਮੇਂ ਕਿਹੜਾ ਆਗੂ ਸੀ ਉਹਨਾਂ ਦਾ? ਪ੍ਰਭੂ ਨੇ ਕਿਹੜਾ ਆਗੂ ਚੁਣਿਆ ਉਸ ਸਮੇਂ? ਕਿਉਂਕਿ ਰਾਬੇਨ ਹੋਣੀ ਤਾਂ ਹੁਣ ਕਦੋਂ ਦੇ ਜਾ ਚੁੱਕੇ। ਸੋ ਇਸ ਵੇਲੇ ਜਿਹੜਾ ਜਿਉਂਦਾ ਆ ਔਰ ਸਾਰੇ ਕਬੀਲੇ ਦਾ ਜਿਸ ਨੂੰ ਆਗੂ ਪ੍ਰਭੂ ਨੇ ਬਣਾਇਆ, ਉਹ ਉਸਨੂੰ ਅਲੀਸੂਰ ਜਿਹੜਾ ਹੈਗਾ ਆ ਉਸ ਸਦੀਓਰ ਦਾ ਪੁੱਤਰ ਆ। ਇਸੇ ਤਰ੍ਹਾਂ ਸ਼ਮਿਓਨ ਦਾ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਸ਼ਮਿਓਨ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਸਲਮੋਨ ਨੂੰ, ਨਹਸੋਨ ਨੂੰ ਫਿਰ ਦੇਖਦੇ ਪਏ ਹਾਂ। ਜਿਸ ਵੇਲੇ ਅਸੀਂ ਯਹੂਦਾ ਦੇ ਕਬੀਲੇ ਦੇ ਵਿੱਚ ਆਉਂਦੇ ਹਾਂ ਤਾਂ ਅਸੀਂ ਦੇਖਦੇ ਪਏ ਹਾਂ ਨਹਸ਼ੋਨ ਅਮੀਨਾਦਾਬ ਦਾ ਪੁੱਤਰ।
ਨਾਓ ਇੱਥੇ ਲਿਖ ਲਓ ਮੱਤੀ ਚੈਪਟਰ 1 ਵਰਸ 34। ਮੱਤੀ ਦਾ ਪਹਿਲਾ ਭਾਵ ਉਸ ਦੀ ਚੌਥੀ ਆਇਤ। ਅਗਰ ਤੁਸੀਂ ਮੇਰੇ ਨਾਲ ਜਾ ਕੇ ਦੇਖਣਾ ਮੰਗਦੇ ਆ ਤੇ ਪਹਿਲੇ ਭਾਵ ਦੇ ਵਿੱਚ ਜਿੱਥੇ ਪ੍ਰਭੂ ਦੀ ਵੰਸ਼ਾਵਲੀ ਸਾਨੂੰ ਦੱਸੀ ਗਈ ਆ, ਔਰ ਅਗਰ ਤੁਸੀਂ ਦੇਖਣਾ ਮੰਗਦੇ ਆ ਤਾਂ ਮੱਤੀ ਦਾ ਪਹਿਲਾ ਭਾਵ, ਨਵੇਂ ਨਿਯਮ ਦਾ ਦੂਜਾ ਪੰਨਾ, ਔਰ ਕੋਈ ਜਣਾ ਪਹਿਲੀਆਂ 4 ਆਇਤਾਂ। ਪ੍ਰਭੂ ਯਿਸੂ ਦੇ ਵੰਸ਼ ਦਾ ਲੇਖਾ। ਯਿਸੂ ਮਸੀਹ ਦੇ ਵੰਸ਼ ਦਾ ਲੇਖਾ ਇਸ ਤਰ੍ਹਾਂ ਹੈ। ਉਹ ਦਾਊਦ ਦੇ ਵੰਸ਼ ਵਿੱਚੋਂ ਸਨ, ਜੋ ਅਬਰਾਹਮ ਦੇ ਵੰਸ਼ ਵਿੱਚੋਂ ਸੀ। ਅਬਰਾਹਮ ਇਸਹਾਕ ਦਾ ਪਿਤਾ ਸੀ, ਇਸਹਾਕ ਯਾਕੂਬ ਦਾ, ਅਤੇ ਯਾਕੂਬ ਯਹੂਦਾ ਅਤੇ ਉਸਦੇ ਭਰਾਵਾਂ ਦਾ ਪਿਤਾ ਸੀ। ਯਹੂਦਾ ਫਿਰਸ ਅਤੇ ਇਜ਼ਰਾਤ ਦਾ ਪਿਤਾ ਸੀ, ਜਿਨ੍ਹਾਂ ਦੀ ਮਾਂ ਤਾਮਾਰ ਸੀ। ਫਿਰਸ ਹਸਰੋਨ ਦਾ ਅਤੇ ਹਸਰੋਨ ਰਾਮ ਦਾ ਪਿਤਾ ਸੀ। ਰਾਮ ਅਮੀਨਾਦਾਬ ਦਾ, ਅਮੀਨਾਦਾਬ ਨਹਸੋਨ ਦਾ, ਨਹਸੋਨ ਸਲਮੋਨ ਦਾ ਪਿਤਾ ਸੀ। ਅਸੀਂ ਇੱਥੇ ਦੇਖਦੇ ਪਏ ਹਾਂ ਕਿ ਇੱਥੇ ਜਿਹੜਾ ਆਗੂ ਬਣਿਆ ਯਹੂਦਾ ਦਾ, ਜਿਸ ਨੂੰ ਲੀਡ ਦਿੱਤੀ ਗਈ ਆ, ਉਸ ਦਾ ਨਾਂ ਇੱਥੇ ਅਸੀਂ ਦੇਖਦੇ ਪਏ ਹਾਂ ਕਿ ਨਹਸੋਨ ਇੱਥੇ ਜੀਂਦਾ ਆ, ਜੋ ਉਸ ਸਾਰੀ ਕੌਮ ਦਾ ਜਿਸ ਨੂੰ ਪ੍ਰਭੂ ਨੇ ਲੀਡਰ ਬਣਾਇਆ, ਉਸ ਪਰਿਵਾਰ ਦੇ ਉਸ ਕੁਨਬੇ ਦਾ, ਉਸ ਟ੍ਰਾਈਬ ਦਾ, ਕਬੀਲੇ ਦਾ ਉਸ ਨੂੰ ਆਗੂ ਬਣਾਇਆ ਗਿਆ। ਸੋ ਸਾਰੇ ਦਾ ਸਾਰਾ ਜਿਹੜਾ ਕਬੀਲਾ ਆ, ਉਹ ਉਸਦਾ ਜਿਸ ਬੰਦੇ ਨੇ ਉਸਦਾ ਜਵਾਬ ਦੇਣਾ, ਔਰ ਉਹਨਾਂ ਨੂੰ ਇੱਕ ਤੁਸੀਂ ਇਹ ਕਹਿ ਲਓ ਕਿ ਇੱਕ ਡਿਸਪਲਿਨ ਦੇ ਵਿੱਚ ਰੱਖਣਾ ਆ, ਉਹ ਇਸ ਦੀ ਜੌਬ। ਔਰ ਇਸ ਦੇ ਨਾਲ ਜਿਹੜੇ ਮਦਦਗਾਰ ਆ, ਜਿਸ ਲਈ ਅਸੀਂ ਯਹੂਦਾ ਦੇ ਵਿੱਚ ਦੇਖਦੇ ਪਏ ਹਾਂ, ਤੇ ਜਿਹੜੇ 74,600 ਜਵਾਨ ਆ ਜਾਂ ਮਿਲਟਰੀ ਦੀ ਉਮਰ ਦੇ ਜਿਹੜੇ ਲੋਕ ਆ, ਉਹ ਸਾਰੇ ਆਪਣੇ ਕਬੀਲੇ ਨੂੰ ਸਾਂਭਦੇ ਪਏ ਆ। ਇਹ ਉਹਨਾਂ ਦੀ ਜੌਬ। ਸੋ ਹੁਣ ਜਿਸ ਲਈ ਉਹਨਾਂ ਨੇ ਤੁਰਨਾ ਹੈ ਜਾਂ ਉਹਨਾਂ ਨੇ ਜਿਸ ਲਈ ਡੇਰਾ ਲਾਉਣਾ ਹੈ, ਤਾਂ ਦੇਖਣ ਵਾਲਾ ਬੰਦਾ ਕੀ ਦੇਖਦਾ ਪਿਆ, ਜਿਸ ਲਈ ਉਹਨਾਂ ਦੇ ਡੇਰੇ ਲੱਗੇ ਹੋ, ਔਰ ਜਿਸ ਲਈ ਉਹ ਅੱਗੇ ਜਾ ਰਹੇ ਆ, ਔਰ ਜਿਸ ਲਈ ਉਹ ਥੱਕ ਜਾਂਦੇ ਸੀ ਜਾਂ ਪ੍ਰਭੂ ਉਹਨਾਂ ਨੂੰ ਆਰਾਮ ਦਿੰਦਾ ਸੀਗਾ, ਤੇ ਫਿਰ ਉੱਥੇ ਹੀ ਉਹ ਰਸਤੇ ਦੇ ਵਿੱਚ ਡੇਰੇ ਲਾ ਲੈਂਦੇ ਸੀ। ਪਰ ਉਹਨਾਂ ਦੇ ਡੇਰੇ ਲਾਉਣ ਦਾ ਇੱਕ ਤਰੀਕਾ ਸੀ, ਉਸ ਤਰੀਕੇ ਤੋਂ ਕਦੀ ਅੱਗੇ ਪਿੱਛੇ ਨਹੀਂ ਹੋਏ, ਕਿਉਂਕਿ ਪ੍ਰਭੂ ਨੇ ਜਿਸ ਤਰ੍ਹਾਂ ਉਹਨਾਂ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਉਹਨਾਂ ਦੇ ਡੇਰੇ ਲਾਈ ਜਾਂਦੇ ਸੀ। ਇਹ 4 ਮਾਵਾਂ ਦੇ ਪੁੱਤਰ ਸੀ। ਪ੍ਰਭੂ ਨੇ 4 ਮਾਵਾਂ ਨੂੰ ਬਰਕਤ ਦਿੱਤੀ, ਪਰ ਅਸੀਂ ਅੱਗੇ ਜਾ ਕੇ ਦੇਖਦੇ ਹਾਂ। ਸੋ ਆਓ ਦੂਸਰੇ ਭਾਵ ਦੇ ਵਿੱਚ ਇੱਥੇ ਸਾਨੂੰ ਪ੍ਰਭੂ ਨੇ ਦੱਸ ਦਿੱਤਾ ਕਿ ਉਹ ਪੁੱਟਣ, ਪਰ ਜਿਹੜਾ ਲੇਵੀ ਦਾ ਕਬੀਲਾ ਆ, ਉਸਨੂੰ ਨਹੀਂ ਗਿਣਿਆ ਗਿਆ। ਲੇਵੀ ਦੇ ਕਬੀਲੇ ਦੀ ਗਿਣਤੀ ਨਹੀਂ ਹੋਈ। ਜਿਸ ਲਈ ਤੰਬੂ ਲਾਇਆ ਜਾਂਦਾ ਸੀ ਤੇ ਆਲੇ ਦੁਆਲੇ ਜਿਹੜਾ ਪਹਿਲਾ ਕਬੀਲਾ, ਜਿਹੜਾ ਸਾਰੇ 4 ਚਫੇਰੇ ਜਿਹੜਾ ਬਹਿੰਦਾ ਸੀ, ਉਹ ਲੇਵੀ ਦਾ ਕਬੀਲਾ, ਪੁਰੋਤਾਂ ਦਾ ਜਿਹੜਾ ਕਬੀਲਾ ਸੀ, ਉਹ ਬਹਿੰਦਾ ਸੀ। ਔਰ ਉਹਨਾਂ ਦੀ ਜੌਬ ਸੀ ਕਿ ਕੋਈ ਐਸੀ ਚੀਜ਼ ਜਿੱਦਾਂ ਤੰਬੂ ਦੇ ਵੱਲ ਨਾ ਜਾਏ ਜਿਹੜੀ ਪ੍ਰਭੂ ਦੀ ਪਵਿੱਤਰਤਾ ਨੂੰ ਭੰਗ ਕਰੇ। ਔਰ ਪ੍ਰਭੂ ਸਾਰਿਆਂ ਦੇ ਗੱਭੇ ਸੀ, ਪ੍ਰਭੂ ਦੀ ਹਜ਼ੂਰੀ ਸਾਰਿਆਂ ਦੇ ਗੱਭੇ ਸੀ, ਤਾਂ ਕਿ ਸਾਰੇ ਦੇਖ ਸਕਣ ਕਿ ਇਹ ਸਾਡਾ ਪ੍ਰਭੂ। ਮੈਂ ਤੁਹਾਨੂੰ 1 ਮਿੰਟ ਠਹਿਰ ਜਾਓ, ਮੈਂ ਤੁਹਾਨੂੰ ਸਾਰੀਆਂ ਪਿਕਚਰਾਂ ਦਿਖਾਵਾਂਗਾ। ਸੋ ਆਓ ਦੂਸਰਾ ਭਾਵ ਉਸਦੀ 1 ਆਇਤ ਤੋਂ ਲੈ ਕੇ ਅਸੀਂ ਇਸ ਦੀ 4 ਆਇਤ ਤੱਕ ਦੇਖਾਂਗੇ, ਔਰ ਫਿਰ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਵਾਂਗਾ। ਮੈਂ ਹੀ ਪੜ੍ਹ ਦਿੰਦੀ ਪਾਸਟਰ ਜੀ। ਡੇਰਿਆਂ ਦੀ ਤਰਤੀਬ। ਪ੍ਰਭੂ ਨੇ ਮੂਸਾ ਤੇ ਹਾਰੂਨ ਨੂੰ ਕਿਹਾ, ਇਜ਼ਰਾਈਲੀ ਲੋਕੀ ਆਪਣੇ ਕਬੀਲੇ, ਟੱਬਰ ਅਤੇ ਚਿੰਨ੍ਹ ਅਨੁਸਾਰ ਤੰਬੂ ਦੇ ਚਾਰੇ ਪਾਸੇ ਪਾਲਾਂ ਵਿੱਚ ਤੰਬੂ ਖੜੇ ਕਰਨ। ਤੰਬੂ ਦੇ ਚੜ੍ਹਦੇ ਪਾਸੇ, ਅਰਥਾਤ ਜਿਸ ਪਾਸਿਓਂ ਸੂਰਜ ਚੜ੍ਹਦਾ ਹੈ, ਯਹੂਦਾ ਦੇ ਝੰਡੇ ਹੇਠ ਤਰਤੀਬਵਾਰ ਇਹਨਾਂ 3 ਕਬੀਲਿਆਂ ਦੇ ਲੋਕ ਆਪਣੇ ਆਪਣੇ ਆਗੂ ਦੇ ਪਿੱਛੇ ਆਪਣੀ ਗਿਣਤੀ ਅਨੁਸਾਰ ਤੰਬੂ ਖੜੇ ਕਰਨ। ਕਬੀਲਾ, ਆਗੂ ਅਤੇ ਗਿਣਤੀ। ਯਹੂਦਾ ਨਹਸ਼ੋਨ ਅਮੀਨਾਦਾਬ ਦਾ ਪੁੱਤਰ, ਗਿਣਤੀ 74,600। ਯਿਸਾਕਾਰ ਨਥਨੀਏਲ ਸੁਆਰ ਦਾ ਪੁੱਤਰ, ਗਿਣਤੀ 54,400। ਜ਼ਬੂਲੂਨ ਅਲਿਆਬ ਹੋਲੋਨ ਦਾ ਪੁੱਤਰ, 57,400। ਕੁੱਲ ਜੋੜ 1,86,400। ਸਭ ਤੋਂ ਅੱਗੇ ਯਹੂਦਾ ਦੇ ਕਬੀਲੇ ਦੀ ਅਗਵਾਈ ਹੇਠ ਇਹ ਲੋਕ ਚੱਲਣਗੇ। ਤੰਬੂ ਦੇ ਦੱਖਣੀ ਪਾਸੇ ਵੱਲ ਰਊਬੇਨ ਦੇ ਕਬੀਲੇ ਦੇ ਝੰਡੇ ਹੇਠ
ਤਰਤੀਬਵਾਰ ਇਹਨਾਂ ਕਬੀਲਿਆਂ ਦੇ ਲੋਕ ਆਪਣੇ ਆਪਣੇ ਆਗੂ ਦੇ ਪਿੱਛੇ ਆਪਣੀ ਆਪਣੀ ਗਿਣਤੀ ਅਨੁਸਾਰ ਤੰਬੂ ਖੜੇ ਕਰਨ। ਕਬੀਲਾ ਆਗੂ ਤੇ ਗਿਣਤੀ। ਰਊਬੇਨ ਅਲੀਸੂਰ ਸ਼ਦੇਰ ਦਾਊਦ ਦਾ ਪੁੱਤਰ 46,500। ਸ਼ਿਮਾਉਨ ਸ਼ਲੂਮੇਲ ਸੁਰੀਸ਼ ਦਾਈ ਦਾ ਪੁੱਤਰ 59,300। ਗਾਦ ਅਲਿਆਸਾਫ ਦਾਊਏਲ ਦਾ ਪੁੱਤਰ 45,650। ਕੁੱਲ ਜੋੜ 1,51,540। ਸੋ ਦੂਜੇ ਨੰਬਰ ਤੇ ਰਊਬੇਨ ਦੇ ਕਬੀਲੇ ਦੀ ਅਗਵਾਈ ਹੇਠ ਇਹ ਲੋਕ ਚੱਲਣਗੇ। ਇਹਨਾਂ ਦੋਹਾਂ ਦਲਾਂ ਦੇ ਪਿੱਛੋਂ ਲੇਵੀ ਲੋਕ ਸੰਗਤ ਦੇ ਤੰਬੂ ਨੂੰ ਲੈ ਕੇ ਚੱਲਣ। ਇਸ ਦੇ ਪਿੱਛੇ ਬਾਕੀ ਦੇ ਦੋ ਦਲ ਆਪਣੇ ਆਪਣੇ ਝੰਡੇ ਦੀ ਅਗਵਾਈ ਹੇਠ ਚੱਲਣ। ਤੰਬੂ ਦੇ ਲਹਿੰਦੇ ਪਾਸੇ ਵੱਲ ਇਫਰਾਇਮ ਦੇ ਝੰਡੇ ਹੇਠ ਤਰਤੀਬਵਾਰ ਇਹਨਾਂ ਕਬੀਲਿਆਂ ਦੇ ਲੋਕ ਆਪਣੇ ਆਪਣੇ ਆਗੂ ਦੇ ਪਿੱਛੇ ਆਪਣੀ ਗਿਣਤੀ ਅਨੁਸਾਰ ਤੰਬੂ ਖੜੇ ਕਰਨ। ਕਬੀਲਾ ਆਗੂ ਗਿਣਤੀ। ਅਫਰਾਇਮ ਅਲੀਸ਼ਾਮਾ ਅਮੀਹੂਦ ਦਾ ਪੁੱਤਰ 40,500। ਮਨਸ਼ਾ ਗਮਲੀਏਲ ਹਸੂਰ ਦਾ ਪੁੱਤਰ 32,200। ਬਿਨਿਆਮੀਨ ਅਬੀਦਾਨ ਗਦੌਨੀ ਦਾ ਪੁੱਤਰ 35,400। ਕੁੱਲ ਜੋੜ 1,08,100। ਸੋ ਤੀਜੇ ਨੰਬਰ ਤੇ ਅਫਰਾਇਮ ਦੇ ਕਬੀਲੇ ਦੀ ਅਗਵਾਈ ਹੇਠ ਇਹ ਲੋਕ ਚੱਲਣਗੇ। ਤੰਬੂ ਦੇ ਉੱਤਰੀ ਪਾਸੇ ਵੱਲ ਦਾਨ ਦੇ ਝੰਡੇ ਹੇਠ ਤਰਤੀਬਵਾਰ ਇਹਨਾਂ ਕਬੀਲਿਆਂ ਦੇ ਲੋਕ ਆਪਣੇ ਆਪਣੇ ਆਗੂ ਦੇ ਪਿੱਛੇ ਆਪਣੀ ਗਿਣਤੀ ਅਨੁਸਾਰ ਤੰਬੂ ਖੜੇ ਕਰਨਗੇ। ਦਾਨ ਅਹੀਐਜ਼ਰ ਅਮੀਸ਼ਦਾਈ ਦਾ ਪੁੱਤਰ 62,700। ਆਸ਼ੇਰ ਪਗੀਏਲ ਆਕਰਾਨ ਦਾ ਪੁੱਤਰ 41,500। ਨਫਤਾਲੀ ਅਹੀਰਾ ਇਨਾਨ ਦਾ ਪੁੱਤਰ 53,400। ਕੁੱਲ ਜੋੜ 1,57,600। ਸੋ ਅੰਤ ਵਿੱਚ ਚੌਥੇ ਨੰਬਰ ਤੇ ਦਾਨ ਦੇ ਕਬੀਲੇ ਦੀ ਅਗਵਾਈ ਹੇਠ ਇਹ ਲੋਕ ਚੱਲਣਗੇ। ਕੁੱਲ ਮਿਲਾ ਕੇ ਸਭ ਕਬੀਲਿਆਂ ਦੇ ਲੋਕਾਂ ਦੀ ਗਿਣਤੀ 6,03,550 ਸੀ। ਪਰ ਮੂਸਾ ਨੇ ਪ੍ਰਭੂ ਦੀ ਆਗਿਆ ਅਨੁਸਾਰ ਲੇਵੀ ਲੋਕਾਂ ਦੀ ਗਿਣਤੀ ਇਜ਼ਰਾਈਲ ਦੇ ਬਾਕੀ ਲੋਕਾਂ ਨਾਲ ਨਹੀਂ ਕੀਤੀ ਸੀ। ਇਸ ਤਰ੍ਹਾਂ ਇਜ਼ਰਾਈਲੀ ਲੋਕਾਂ ਨੇ ਸਭ ਕੁਝ ਮੂਸਾ ਨੂੰ ਪ੍ਰਭੂ ਤੋਂ ਮਿਲੀ ਆਗਿਆ ਦੇ ਅਨੁਸਾਰ ਕੀਤਾ। ਉਹ ਆਪਣੇ ਆਪਣੇ ਝੰਡੇ ਹੇਠ ਤੰਬੂ ਗੱਡਦੇ ਅਤੇ ਆਪਣੇ ਆਪਣੇ ਕਬੀਲੇ ਅਨੁਸਾਰ ਚੱਲਦੇ ਸਨ। ਆਪਣੇ ਆਪਣੇ ਕਬੀਲੇ ਦੇ ਅਨੁਸਾਰ ਚੱਲਦੇ ਸਨ। ਸੋ ਸਭ ਤੋਂ ਪਹਿਲਾਂ ਜਿਹੜੀ ਦੇਖਣ ਵਾਲੀ ਚੀਜ਼ ਆ ਕਿ ਇਹ ਚਾਰ ਮਾਵਾਂ ਦੇ ਪੁੱਤਰ ਜਿਹੜੇ ਇਹਨਾਂ ਦੇ ਬਜ਼ੁਰਗ। ਸੋ ਲੇਹਾ ਜਿਸ ਨੂੰ ਪ੍ਰਭੂ ਨੇ 6 ਪੁੱਤਰਾਂ ਦੇ ਨਾਲ ਬਰਕਤ ਦਿੱਤੀ ਸੀ, ਔਰ ਉਸ ਤੋਂ ਬਾਅਦ ਰੇਚਲ ਜਿਸ ਦੇ 2 ਪੁੱਤਰ ਸੀ, ਯੂਸਫ ਤੇ ਬਿਨਯਾਮਿਨ। ਤੇ ਇਸੇ ਤਰ੍ਹਾਂ ਬਿਲਹਾ ਜਿਹੜੀ ਸੀਗੀ ਉਹ ਪਹਿਲੀ ਦਾਈ ਸੀਗੀ। ਜਦ ਤੁਸੀਂ ਇਹ ਕਹਿ ਲਓ ਕਿ ਪਹਿਲੀ ਜਿਹੜੀ ਲੇਹਾ ਦੀ ਸਾਂਭ ਸੰਭਾਲ ਦੇ ਲਈ ਉਸਦੇ ਬਾਪ ਨੇ ਉਸਨੂੰ ਦਿੱਤੀ ਸੀ, ਦਾਸੀ ਸੀ। ਉਸਦੇ 2 ਪੁੱਤਰ ਔਰ ਇਸੇ ਤਰ੍ਹਾਂ ਜਿਫਲਾ ਦੇ 2 ਪੁੱਤਰ ਜੋ ਰਾਖੇਲ ਦੀ ਦਾਸੀ ਸੀ। ਸੋ ਪ੍ਰਭੂ ਨੇ ਜਿਸ ਵੇਲੇ ਦੇਖੋ ਬਰਾਬਰੀ ਦਿੱਤੀ, ਉਸਨੇ ਇਹ ਨਹੀਂ ਕਿਹਾ ਕਿ ਇਹ 4 ਪੁੱਤਰ ਆ, ਸੋ ਮੈਂ ਜਿਹੜੇ ਦਾਸੀਆਂ ਦੇ ਪੁੱਤਰ, ਸੋ ਮੈਂ ਇਦਾਂ ਕਰਦਾ ਕਿ ਜਿਹੜੇ 8 ਜਿਹੜੇ ਅਸਲੀ ਮਾਵਾਂ ਦੇ ਪੁੱਤਰ ਆ ਉਹ ਦੋਵਾਂ ਨੂੰ ਵੰਡ ਕੇ ਤੇ ਇੱਕ ਦਾਸੀ ਦਾ ਪੁੱਤਰ ਨਾਲ ਲਾਓ। ਐਬਸੋਲੂਟਲੀ ਨਾਟ। ਪ੍ਰਭੂ ਨੇ ਉਹਨਾਂ ਨੂੰ ਬਰਾਬਰੀ ਦਿੱਤੀ ਹੈ। ਸੋ ਜਿਸ ਲਈ ਅਸੀਂ ਦੇਖਦੇ ਪਏ ਹਾਂ ਕਿ ਸਭ ਤੋਂ ਪਹਿਲਾਂ ਪ੍ਰਭੂ ਨੇ ਜਿਸ ਲਈ ਕਿਹਾ ਕਿ ਜਿਹੜੇ ਮੋਹਰੇ ਚੱਲਣਗੇ, ਜਿਹੜੇ ਸਭ ਤੋਂ ਪਹਿਲਾਂ ਮੋਹਰੇ ਚੱਲਣਗੇ। ਸੋ ਅਗਰ ਉਹਨਾਂ ਦੇ ਜਨਮ ਦੇ ਲੇਖੇ ਨੂੰ ਦੇਖਿਆ ਜਾਵੇ ਫਿਰ ਤਾਂ ਰੂਬੇਨ ਦਾ ਨੰਬਰ ਪਹਿਲਾਂ ਆਉਣਾ ਚਾਹੀਦਾ, ਲੇਕਿਨ ਇਸ ਤਰ੍ਹਾਂ ਨਹੀਂ ਹੋਇਆ। ਸਭ ਤੋਂ ਮੋਹਰੇ ਮੂਸਾ ਤੁਰਦਾ ਸੀ? ਨਹੀਂ। ਸਭ ਤੋਂ ਮੋਹਰੇ ਕੌਣ ਤੁਰਦਾ ਸੀ? ਨਹਸੋਨ ਤੁਰਦਾ ਸੀ। ਔਰ ਇਹ ਜਿਹੜਾ ਪਹਿਲਾ ਆ, ਜਿਹੜਾ ਅਸੀਂ ਜਿਸ ਵੇਲੇ ਅਸੀਂ ਆਉਣੇ ਹੈਗੇ ਆ 3 ਤੋਂ 9 ਆਇਤ ਨੂੰ ਦੇਖਦੇ ਪਏ, ਤੀਸਰੀ ਆਇਤ ਨੂੰ ਦੇਖਦੇ ਪਏ ਆ ਕਿ ਯਹੂਦਾ, ਯਿਸਕਾਰ, ਜ਼ਬੂਲੂਨ ਤੇ ਸੋ ਇਹ ਤਿੰਨੇ ਜਿਹੜੇ ਪੁੱਤਰ ਆ ਇਹ ਲੇਹਾ ਦੇ ਪੁੱਤਰ। ਇਹ ਤਿੰਨੇ ਪੁੱਤਰ ਲੇਹਾ ਦੇ ਪੁੱਤਰ ਆ। ਸੋ ਇਹ ਜਿਹੜੇ ਤਿੰਨੇ ਆ ਇਹ ਮੋਹਰੇ, ਇਹਨਾਂ ਦਾ ਜਿਹੜਾ ਦਲ ਆ ਉਹ ਮੋਹਰੇ ਚੱਲਦਾ ਪਿਆ ਔਰ ਉਹ ਆਪਣੇ ਲੋਕਾਂ ਨੂੰ ਲੈ ਕੇ ਜਾ ਰਹੇ ਆ। ਸੋ ਜਿਸ ਲਈ ਲੋਕ ਦੇਖਦੇ ਪਏ ਆ, ਦੇਖਣ ਵਾਲਾ ਵੀ ਦੱਸ ਸਕਦਾ ਕਿ ਆਹ ਗਰੁੱਪ ਜਿਹੜਾ ਇੱਕ ਆ, ਆਹ ਗਰੁੱਪ ਦੂਜਾ ਚੱਲਦਾ ਪਿਆ, ਆਹ ਤੀਜਾ ਚੱਲਦਾ ਪਿਆ, ਪਰ ਉਹ ਇਕੱਠੇ ਚੱਲਦੇ ਪਏ। ਔਰ ਉਸ ਤੋਂ ਬਾਅਦ ਥੋੜੇ ਫਾਸਲੇ ਦੇ ਨਾਲ ਅਗਲਾ ਗਰੁੱਪ ਚੱਲਦਾ ਪਿਆ, ਜਿਸ ਦੇ ਵਿੱਚ ਅਸੀਂ ਦੇਖਦੇ ਹੈਗੇ ਆ ਰੂਬੇਨ ਨੂੰ ਜੋ ਕਿ ਲੇਹਾ ਦਾ ਪੁੱਤਰ ਆ, ਸਿਮੀਅਨ ਜੋ ਲੇਹਾ ਦਾ ਪੁੱਤਰ ਆ, ਔਰ ਫਿਰ ਅਸੀਂ ਦੇਖਦੇ ਪਏ ਗਾਦ ਨੂੰ ਜੋ ਜਿਫਲਾ ਦਾ ਪੁੱਤਰ।
ਪੁੱਤਰ ਆ, ਦਾਸੀ ਦਾ ਪੁੱਤਰ। ਸੋ ਇਹ ਮਿਕਸ ਆ, ਕਿਉਂਕਿ ਉਹਨਾਂ ਚਾਰਾਂ ਦੇ ਵਿੱਚੋਂ ਪ੍ਰਭੂ ਨੇ ਇੱਕ ਨੂੰ ਇੱਥੇ ਮਿਕਸ ਕਰ ਦਿੱਤਾ, ਕਿਉਂਕਿ ਲੇਹਾ ਨੂੰ ਪ੍ਰਭੂ ਨੇ ਬਰਕਤ ਦਿੱਤੀ, ਉਹ ਨਮਾਣੀ ਸੀ, ਪ੍ਰਭੂ ਨੇ ਉਹਦੇ ਤੇ ਰਹਿਮ ਕੀਤੀ। ਸੋ ਉਸ ਨੂੰ, ਲੇਹਾ ਦੇ ਪਰਿਵਾਰ ਨੂੰ ਉਹਨਾਂ ਨੇ ਦੋ ਜਿੱਦਾਂ ਕਿ ਜਿਹੜੇ ਦਲ ਸੀਗੇ ਉਹਨਾਂ ਨੂੰ ਲੀਡ ਕੀਤਾ। ਅੱਛਾ, ਜਿਸ ਵੇਲੇ ਹੁਣ ਅਸੀਂ ਤੀਸਰਾ ਦਲ ਦੇਖਦੇ ਪਏ ਤੇ ਉੱਥੇ ਅਸੀਂ ਇਹ ਦੇਖਦੇ ਪਏ ਹਾਂ ਕਿ ਉਹਨਾਂ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਅਫਰਾਇਮ ਤੇ ਮਨੈਸਾ। ਅਫਰਾਇਮ ਤੇ ਮਨੈਸਾ ਜਿਹੜੇ ਸੀਗੇ ਇਹ ਦੋਨੇ ਯੂਸਫ ਦੇ ਪੁੱਤਰ ਸੀ। ਯੂਸਫ ਨੂੰ ਪ੍ਰਭੂ ਨੇ ਦੁੱਗਣੀ ਬਰਕਤ ਦਿੱਤੀ ਸੀ। ਸੋ ਉਸਦਾ ਕਬੀਲਾ ਯੂਸਫ ਦੇ ਕਬੀਲੇ ਤੇ ਵੱਜਦਾ ਨਹੀਂ ਸੀਗਾ, ਲੇਕਿਨ ਉਹਦੇ ਦੋਨਾਂ ਪੁੱਤਰਾਂ ਨੂੰ ਪ੍ਰਭੂ ਨੇ ਬਰਕਤ ਦਿੱਤੀ ਸੀ। ਔਰ ਉਹ ਜਿਹੜੀ ਜਗ੍ਹਾ ਉੱਥੇ ਅਸੀਂ ਇਹ ਦੇਖਦੇ ਪਏ ਕਿ ਅਫਰਾਇਮ, ਮਨੈਸਾ ਤੇ ਬਿਨਯਾਮੀਨ, ਇਹ ਤੀਸਰਾ ਗਰੁੱਪ ਆ। ਸੋ ਇਹ ਤਿੰਨੇ ਹੀ ਰੇਚਲ ਦੇ ਕਬੀਲੇ ਦੇ ਵਿੱਚੋਂ ਗਿਣੇ ਜਾਂਦੇ ਪਏ। ਇਹ ਤਿੰਨੇ ਜਿਹੜੇ ਉਹਦੇ ਦੋ ਬੱਚੇ ਸੀਗੇ, ਦੋਵਾਂ ਤੋਂ ਪ੍ਰਭੂ ਨੇ ਉਹਨੂੰ ਤਿੰਨ ਕਬੀਲਿਆਂ ਦੀ ਬਰਕਤ ਦਿੱਤੀ ਸੀ, ਕਿਉਂਕਿ ਲੀਵਾਈ ਦੇ ਟੱਬਰ ਨੂੰ ਪ੍ਰਭੂ ਨੇ ਇੱਥੋਂ ਕੱਢ ਲਿਆ ਸੀਗਾ। ਲੀਵਾਈ ਦੇ ਕਬੀਲੇ ਨੂੰ ਪ੍ਰਭੂ ਨੇ ਜਿਹੜਾ ਸੀਗਾ ਉਹ ਪੁਰੋਤਾਈ ਦੇ ਦਿੱਤੀ ਸੀ। ਸੋ ਉਹਨਾਂ ਦੇ ਵਿੱਚ ਫੌਜੀ ਨਹੀਂ ਸੀਗੇ, ਉਹਨਾਂ ਦੇ ਵਿੱਚ ਜੰਗਜੂ ਜਿਹੜੇ ਉਹ ਨਹੀਂ ਸੀਗੇ। ਸੋ ਦੇਖੋ ਇੱਥੇ ਪ੍ਰਭੂ ਨੇ ਰੇਚਲ ਨੂੰ, ਕੱਲੀ ਰੇਚਲ ਨੂੰ ਬਰਕਤ ਦਿੱਤੀ। ਠੀਕ, ਫਿਰ ਉਸ ਤੋਂ ਬਾਅਦ ਜਿਹੜੀਆਂ ਦੋ ਦਾਸੀਆਂ ਆ ਉਸ ਦੀਆਂ ਅਸੀਂ ਫਿਰ ਦੇਖਦੇ ਪਏ ਹਾਂ ਕਿ ਜਿਹੜੇ ਤੀਸਰਾ ਜਿਹੜਾ ਗਿਣਤੀ ਆਉਂਦੀ ਪਈ ਆ, ਦਾਨ ਜੋ ਬਿਲਹਾ ਦਾ ਪੁੱਤਰ ਆ, ਆਸੇਰ ਜੋ ਜਿਫਲਾ ਦਾ ਪੁੱਤਰ ਆ, ਔਰ ਇਸੇ ਤਰ੍ਹਾਂ ਨਫਤਾਲੀ, ਇਹ ਤਿੰਨੇ ਦਾਸੀਆਂ ਦੇ ਪੁੱਤਰ। ਔਰ ਪ੍ਰਭੂ ਨੇ ਇਹਨਾਂ ਨੂੰ ਆਪਣਾ ਗਰੁੱਪ ਦਿੱਤਾ, ਆਪਣਾ ਗਰੁੱਪ ਦਿੱਤਾ। ਪ੍ਰਭੂ ਨੇ ਸਾਰਿਆਂ ਨੂੰ ਬਰਾਬਰ ਮਾਰ ਦਿੱਤਾ। ਔਰ ਇਹ ਅਸੀਂ ਪ੍ਰਭੂ ਦੀ ਇੱਥੇ ਮਹਾਨ ਬਰਕਤ ਦੇਖ ਸਕਦੇ ਹਾਂ। ਹੁਣ ਜਿਹੜੀ ਗੱਲ ਆਈ ਕਿ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਆਪਣੇ ਝੰਡੇ ਦੇ ਹੇਠ ਚੱਲਣਾ ਔਰ ਆਪਣਾ ਤੰਬੂ ਇਸੇ ਹਿਸਾਬ ਦੇ ਨਾਲ ਲਾਉਣਾ। ਸੋ ਆਓ ਅਸੀਂ ਦੇਖੀਏ ਕਿ ਜਿਸ ਵੇਲੇ ਇਹ ਉਜਾੜ ਦੇ ਵਿੱਚ ਆਪਣੇ ਤੰਬੂ ਲਾਉਂਦੇ ਸੀ ਤੇ ਉਹ ਕਿਸ ਤਰ੍ਹਾਂ ਲੱਗਦਾ ਸੀ, ਦੇਖਣ ਨੂੰ ਉਹ ਚੀਜ਼ ਕਿਸ ਤਰ੍ਹਾਂ ਲੱਗਦੀ ਸੀ। ਲੈਟ ਮੀ ਸਟਾਰਟ। ਸੋ ਜਿਸ ਵੇਲੇ ਇਹ ਆਪਣੇ ਤੰਬੂ ਲਾਉਂਦੇ ਸੀ ਤੇ ਤੁਸੀਂ ਇੱਥੇ ਦੇਖ ਸਕਦੇ ਆ ਕਿ ਇਹ ਇੱਥੇ ਬੈਠੇ ਹੋਆ ਔਰ ਇਹ ਆਪਣੇ ਜਿਹੜੇ ਇਹ ਤੰਬੂ ਆ ਆਪਣੇ ਨਾਵਾਂ ਦੇ ਅਨੁਸਾਰ, ਕਿਉਂਕਿ ਲੀਡਰ ਇਹ ਆ, ਸੋ ਇਹਨਾਂ ਦੇ ਜਿਹੜੇ ਤੰਬੂ ਆ ਉਹ ਇੱਥੇ ਲੱਗੇ ਹੋ। ਰੈਬੂਨ ਦਾ ਕਬੀਲਾ, ਸਿਮੀਅਨ ਦਾ ਕਬੀਲਾ, ਗਾਦ ਦਾ ਕਬੀਲਾ, ਇਹ ਇੱਕ ਪਾਸੇ ਆ। ਔਰ ਇਸੇ ਤਰ੍ਹਾਂ ਐਫਰੇਮ, ਮਨੱਸੇ ਤੇ ਬੈਂਜਮਨ ਦਾ ਕਬੀਲਾ ਇੱਕ ਪਾਸੇ ਆ। ਔਰ ਇਧਰਲੇ ਪਾਸੇ ਜਿਹੜੇ ਹੈਗੇ ਆ ਉਹ ਸਾਰਾ ਦਾਨ, ਨਫਤਾਲੀ ਔਰ ਐਸ਼ਰ ਦਾ ਕਬੀਲਾ ਇੱਧਰ ਬੈਠਾ, ਯਹੂਦਾ ਦਾ ਕਬੀਲਾ ਤੇ ਇਸਖਾਰ ਦਾ ਤੇ ਜਬਲੂਨ ਦਾ ਕਬੀਲਾ ਇੱਥੇ ਬੈਠੇ ਆ ਸਾਰੇ ਪੁਰੋਹਿਤ ਬੈਠੇ ਹੋ ਆਲੇ ਦੁਆਲੇ। ਔਰ ਗੱਬੇ ਪ੍ਰਭੂ ਦਾ ਜਿਹੜਾ ਪਵਿੱਤਰ ਤੰਬੂ ਆ ਉਹ। ਸੋ ਜਿਸ ਵੇਲੇ ਦੇਖਣ ਵਾਲਾ ਦੇਖਦੇ ਸੀਗੇ ਤਾਂ ਬੇਸਿਕਲੀ ਜਿਸ ਲਈ ਇਹ ਦੂਰੋਂ ਦਿਖਾਈ ਦਿੰਦੇ ਸੀ, ਇਹਨਾਂ ਦੇ ਤੰਬੂ ਜਿਹੜੇ ਸੈੱਟ ਕੀਤੇ ਹੁੰਦੇ ਸੀਗੇ। ਸੋ ਅਸੀਂ ਦੇਖ ਸਕਦੇ ਹਾਂ ਕਿ ਇਹ ਜਿਹੜੇ ਜਿੱਦਾਂ ਅਸੀਂ ਦੇਖਦੇ ਪਏ ਹਾਂ, ਇਹ ਸਾਰੇ ਇਹਨਾਂ ਦੇ ਇਸੇ ਤਰੀਕੇ ਦੇ ਨਾਲ ਸਾਰੇ ਇਹ ਤੰਬੂ ਲੱਗੇ ਹੁੰਦੇ ਸੀਗੇ। ਔਰ ਇਹਨਾਂ ਸਾਰਿਆਂ ਨੂੰ ਜਿਹੜੇ ਵੱਖ-ਵੱਖ ਰੰਗਾਂ ਦੇ ਵਿੱਚ ਅਸੀਂ ਦੇਖਦੇ ਹਾਂ ਤੇ ਅਸੀਂ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਕਿੰਨਾ ਡਿਸਪਲਿਨ ਆ ਜਿਸ ਦੇ ਨਾਲ ਇਹ ਲੋਕ ਤੁਰੇ ਔਰ ਅੱਗੇ ਗਏ। ਜਸਟ ਥਿੰਕ ਅਬਾਊਟ ਇਟ। ਇੱਕ ਉਹ ਲੋਕ ਜਿਹੜੇ ਇੱਕ ਸਮੇਂ ਇੱਟਾਂ ਬਣਾਉਂਦੇ ਸੀ, ਉਹਨਾਂ ਨੂੰ ਪ੍ਰਭੂ ਨੇ ਇੰਨੀ ਸੁੰਦਰਤਾ ਦੇ ਕੇ, ਇੰਨੀ ਬਰਕਤ ਦੇ ਕੇ ਉਹ ਲੈ ਕੇ ਤੁਰਦਾ ਪਿਆ। ਇਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂਗਾ। ਇਹ ਜਿਸ ਲਈ ਉੱਥੋਂ ਇਜਿਪਟ ਦੇ ਵਿੱਚੋਂ ਨਿਕਲ ਕੇ ਆਏ ਆ ਤੇ ਉੱਥੋਂ ਇਹ ਕੱਪੜਾ, ਜਾਨਵਰ, ਸੋਨਾ, ਚਾਂਦੀ, ਹਰ ਤਰ੍ਹਾਂ ਦੀ ਚੀਜ਼ ਪ੍ਰਭੂ ਨੇ ਇਹਨਾਂ ਨੂੰ ਉੱਥੋਂ ਦੇ ਕੇ ਤੋਰਿਆ। ਇਹਨਾਂ ਨੂੰ ਨੰਗੇ ਨਹੀਂ ਤੋਰਿਆ, ਇਹਨਾਂ ਕੋਲ ਹਰ ਇੱਕ ਚੀਜ਼ ਆ। ਸੋ ਉਜਾੜ ਦੇ ਵਿੱਚ ਇੱਕ ਸੁੰਦਰਤਾ ਦੇ ਨਾਲ ਦੇਖਣ ਵਾਲੀ ਜਿਹੜੀ ਚੀਜ਼ ਆ ਉਹ ਇਹਨਾਂ ਦੇ ਕਬੀਲੇ ਆ। ਔਰ ਜਿਸ ਹਿਸਾਬ ਦੇ ਨਾਲ
ਇਹ ਬੈਠਦੇ ਆ। ਜਿਸ ਹਿਸਾਬ ਦੇ ਨਾਲ ਇਹਨਾਂ ਦਾ ਜਿਹੜਾ ਲੀਡਰ ਆ ਉਸਦਾ ਟੈਂਟ ਜਿਹੜਾ ਸਭ ਤੋਂ ਗੱਭੇ ਲੱਗਾ ਆ ਔਰ ਬਾਕੀ ਦੇ ਲੋਕ ਆਲੇ ਦੁਆਲੇ ਬੈਠੇ ਹੋ। ਸੋ ਇਹ ਕਈ ਤਰ੍ਹਾਂ ਦੀਆਂ ਤਰੀਕੇ ਦੇ ਨਾਲ ਇਸ ਨੂੰ ਦੇਖਿਆ ਜਾਂਦਾ। ਸੋ ਉਸ ਤੋਂ ਬਾਅਦ ਅਸੀਂ ਦੇਖਦੇ ਪਏ ਹੈਗੇ ਕਿ ਇੱਥੇ ਪ੍ਰਭੂ ਨੇ ਇੱਕ ਹੋਰ ਚੀਜ਼ ਉਹਨਾਂ ਨੂੰ ਕਹੀ ਆ, ਜਿਸ ਲਈ ਅਸੀਂ ਪੜ੍ਹਦੇ ਪਏ ਹਾਂ। ਤਾਂ ਪ੍ਰਭੂ ਨੇ ਉਸਨੂੰ ਕਿਹਾ ਕਿ ਮੈਂ ਦੂਸਰੇ ਭਾਵ ਦੀ ਆਇਤ ਨੂੰ ਲੱਗਾ ਪੜ੍ਹਨ। ਪ੍ਰਭੂ ਨੇ ਮੂਸਾ ਅਤੇ ਹਾਰੂਨ ਨੂੰ ਕਿਹਾ, ਇਜ਼ਰਾਈਲੀ ਲੋਕੀ ਆਪਣੇ ਕਬੀਲੇ ਤੇ ਟੱਬਰ ਦੇ ਚਿੰਨ੍ਹ ਅਨੁਸਾਰ ਤੰਬੂ ਦੇ ਚਾਰੇ ਪਾਲਾਂ ਤੇ ਤੰਬੂ ਖੜੇ ਕਰਨ। ਕਿਹੜਾ ਚਿੰਨ੍ਹ? ਔਰ ਕਿਹਨੇ ਇਹਨਾਂ ਨੂੰ ਚਿੰਨ੍ਹ ਦਿੱਤਾ ਸੀ ਕਿ ਜਿਹੜੇ ਉਹਨਾਂ ਦੇ, ਜਿਸ ਤਰ੍ਹਾਂ ਕਿ ਇੱਕ ਫੌਜ ਦਾ ਸਾਡੇ ਕੋਲ 3 ਫੌਜਾਂ ਆ, ਹੁਣ ਤਾਂ 4 ਹੋ ਗਈਆਂ, ਤੇ ਇੱਕ ਸਾਡੀ ਜਿਹੜੇ ਜਲ ਸੈਨਾ, ਥਲ ਸੈਨਾ, ਹਵਾਈ ਸੈਨਾ, ਲੇਕਿਨ ਹੁਣ ਜਿਹੜੀ ਚੌਥੀ ਸਾਰੇ ਐਡ ਕਰਦੇ ਪਏ ਆ ਉਹ ਬੇਸਿਕਲੀ ਜਿਹੜੀ ਹੈਗੀ ਆ ਜਿਹੜੇ ਇਹ ਸਕਾਈ ਲੈਬਸ ਜਿਹੜੀਆਂ ਉੱਥੇ ਉੱਤੇ ਹਵਾ ਦੇ ਵਿੱਚ ਜਿਹੜੇ ਇਹਨਾਂ ਨੇ ਬੰਬ ਰੱਖੇ ਹੋ ਉੱਥੋਂ ਚਲਾਉਣ ਦੇ ਲਈ, ਹੁਣ ਉਹ ਵੀ ਹੁਣ ਇਹਨਾਂ ਦੇ ਵਿੱਚ ਆ ਗਈ। ਜਿਹੜੇ ਨਾਸਾ ਦੇ ਪ੍ਰੋਗਰਾਮ ਦੇ ਥੱਲੇ ਜਿਹੜੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਉਹ ਚੌਥੀ ਹੋ ਗਈ। ਸੋ ਇੱਥੋਂ ਦੇਖਣ ਤੋਂ ਪਤਾ ਲੱਗ ਜਾਂਦਾ ਕਿ ਇਹ 12 ਵੱਖਰੀਆਂ ਸੈਨਾਵਾਂ ਆ। ਪਰ ਇਸੇ ਕਰਕੇ ਕਿਹਾ ਜਾਂਦਾ ਸੈਨਾਵਾਂ ਦਾ ਪ੍ਰਭੂ, ਜਿਹੜਾ ਬਾਰ-ਬਾਰ ਆਉਂਦਾ, ਸੈਨਾਵਾਂ ਦਾ ਪ੍ਰਭੂ। ਕਿਹੜੀਆਂ ਸੈਨਾਵਾਂ ਦਾ ਪ੍ਰਭੂ? ਇੱਥੋਂ ਸਾਨੂੰ ਦੇਖਣ ਤੋਂ ਪਤਾ ਲੱਗਦਾ। ਔਰ ਹਰ ਇੱਕ ਨੇ ਆਪਣੇ ਆਪਣੇ ਚਿੰਨ੍ਹ ਦੇ ਅਨੁਸਾਰ ਨਾ, ਹੁਣ ਉਹ ਚਿੰਨ੍ਹ ਕੀ ਆ ਤੇ ਉਹ ਚਿੰਨ੍ਹ ਕਿਹਨੇ ਇਹਨਾਂ ਨੂੰ ਦਿੱਤੇ ਸੀ। ਸੋ ਲੈਟ ਅਸ ਸੀ ਦੈਟ। ਆਓ ਉਸ ਚੀਜ਼ ਨੂੰ ਦੇਖੀਏ। ਓਕੇ, ਸੋ ਜਿਸ ਵੇਲੇ ਅਸੀਂ ਹੁਣ ਇੱਥੇ ਆ ਗਏ ਹਾਂ ਤੇ ਇਹਨਾਂ ਨੂੰ ਜਿਹੜੇ ਚਿੰਨ੍ਹ ਮਿਲੇ ਸੀਗੇ, ਤੇ ਜਿਹੜਾ ਅਸੀਂ ਨਫਤਾਲੀ ਦਾ ਜਿਹੜਾ ਚਿੰਨ੍ਹ ਦੇਖਦੇ ਪਏ ਹਾਂ, ਉਸ ਦੀ ਜਿਹੜੀ ਟਰਾਈਬ ਦਾ ਚਿੰਨ੍ਹ ਦੇਖਦੇ ਪਏ ਹਾਂ, ਉਸ ਦੇ ਉੱਤੇ ਹਰਨ। ਬਿਨਯਾਮੀਨ ਜਿਹੜਾ ਆ ਉਹਦਾ ਜਿਹੜਾ ਚਿੰਨ੍ਹ ਆ ਉਹ ਬਘਿਆੜ। ਐਸ਼ਰ ਦਾ ਜਿਹੜਾ ਚਿੰਨ੍ਹ ਦਿੱਤਾ ਗਿਆ ਹੈਗਾ ਉਹ ਔਲ ਦਾ ਟਰੀ ਆ। ਦਾਨ ਨੂੰ ਤਕੜੀ ਦਿੱਤੀ ਗਈ ਆ। ਜੋਸਫ ਨੂੰ ਉਹਦੇ 2 ਪੁੱਤਰ ਜਿਹੜੇ ਵੰਡੇ ਗਏ ਸੀਗੇ ਇੱਥੋਂ, 2 ਪੁੱਤਰਾਂ ਨੂੰ, ਇਹ ਸੀ ਇੱਕ ਜਿੱਦਾਂ ਕਣਕ ਖੇਤ ਦੇ ਵਿੱਚ ਉੱਗੀ ਹੋਆ, ਤੇ ਜਿਹੜੀ ਦੂਸਰਾ ਸੀਗਾ ਉਹ ਜਿੱਦਾਂ ਕਿ ਮਨੈਸਾ ਦਾ ਜਿਹੜਾ ਐਫਰਾਇਮ ਦਾ ਸੀਗਾ, ਇਹ ਕਣਕ ਜਿਹੜੀ ਉੱਗੀ ਹੋਆ ਖੇਤ ਵਿੱਚ ਉੱਗੀ ਹੋਆ, ਤੇ ਜਿਹੜਾ ਮਨੈਸਾ ਦਾ ਸੀ ਉਹ ਕਣਕ ਦਾ ਪੂਲਾ ਬੰਨਿਆ ਆ ਖੜਾ, ਉਹ ਉਹਨੂੰ ਦਿੱਤਾ ਗਿਆ। ਯਹੂਦਾ ਨੂੰ ਸ਼ੇਰ ਦਾ ਦਿੱਤਾ ਗਿਆ। ਰੈਬਿਓਨ ਨੂੰ ਇਹ ਵਾਟਰ ਲਿਲੀ, ਜਿੱਦਾਂ ਕਿ ਪਾਣੀਆਂ ਦੇ ਵਿੱਚ ਜਿਹੜੀ ਲਿਲੀ ਉੱਗਦੀ ਆ, ਉਹ ਦਿੱਤਾ ਗਿਆ। ਸਿਮਿਓਨ ਨੂੰ ਇਹ ਇੱਕ ਭਾਰੀਆਂ ਕੰਧਾਂ ਦਾ ਦਿੱਤਾ ਗਿਆ। ਗਾਦ ਨੂੰ ਇੱਕ ਤਰ੍ਹਾਂ ਦਾ, ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੈਗੇ ਆ ਕਿ ਇਹ ਉਜਾੜ ਦੇ ਵਿੱਚ ਤੰਬੂ ਲੱਗਾ, ਉਹ ਦਿੱਤਾ ਗਿਆ। ਜ਼ਬੂਲੂਨ ਨੂੰ ਕਸ਼ਤੀ ਦਾ ਦਿੱਤਾ ਗਿਆ। ਲੀਵਾਈ ਦੀ ਟਰਾਈਬ ਨੂੰ ਇੱਥੇ ਇਹਨਾਂ ਨੇ ਪੁਰੋਹਿਤ ਬਣਾਇਆ, ਲੇਕਿਨ ਨਹੀਂ, ਇਹਨਾਂ ਨੂੰ ਜਿਹੜਾ ਦਿੱਤਾ ਗਿਆ ਸੀਗਾ ਉਹ ਮਨੋਰਾ ਸੀ, ਜਿਹੜਾ ਕਿ ਉਹ ਜਿਹੜਾ ਲੈਂਪ ਸੀਗਾ ਜਿਹੜਾ ਅੰਦਰ ਜਗਦਾ ਸੀ, ਉਸਨੂੰ ਮਨੋਰਾ ਕਹਿੰਦੇ ਆ। ਐਕਚੁਅਲੀ ਇਹਨਾਂ ਦਾ ਮਨੋਰਾ ਸੀਗਾ। ਔਰ ਇਸਖਾਰ ਨੂੰ ਜਿਹੜਾ ਦਿੱਤਾ ਗਿਆ ਉਹ ਗਧੇ ਨੇ ਬਹੁਤ ਸਾਰਾ ਭਾਰ ਚੁੱਕਿਆ ਆ, ਉਸਨੂੰ ਇਹ ਦਿੱਤਾ ਗਿਆ ਨਾ। ਇਹ ਦੇਖਣ ਨੂੰ ਕਿੱਦਾਂ ਦੇ ਲੱਗਦੇ ਸੀ? ਇਹ ਬੈਨਰਸ ਦੇਖਣ ਨੂੰ ਕਿੱਦਾਂ ਲੱਗਦੇ ਸੀਗੇ? ਇਹ ਇਸ ਤਰ੍ਹਾਂ ਇੱਕ ਲੰਬੀ ਲਾਠੀ ਦੇ ਉੱਤੇ ਬੈਨਰ ਇਹ ਟੰਗਿਆ ਹੁੰਦਾ ਸੀ। ਸੋ ਜਿਸਲੇ ਉਹ ਟੱਬਰ ਜਾ ਰਿਹਾ, ਸਭ ਤੋਂ ਮੋਰੇ ਜਿਹੜਾ ਜਾ ਰਿਹਾ ਹੈ ਉਹ ਯਹੂਦਾ ਦਾ ਜਿਹੜਾ ਸ਼ੇਰ ਆ, ਉਹ ਸਭ ਤੋਂ ਮੋਰੇ ਜਿਸਲੇ ਉੱਠ ਕੇ ਤੁਰਦੇ ਸੀ ਤਾਂ ਸਭ ਤੋਂ ਮੋਰੇ ਉਹ ਜਾਂਦਾ ਸੀ। ਫਿਰ ਉਸਦੇ ਪਿੱਛੇ ਐਜ਼ ਯੂ ਗੋ, ਜਿੱਦਾਂ ਪ੍ਰਭੂ ਨੇ ਉਹਨਾਂ ਨੂੰ ਸਾਰਿਆਂ ਨੂੰ ਮਿੱਥਿਆ ਸੀ, ਉਹ ਆਪਣਾ ਝੰਡੇ ਦੇ ਅਨੁਸਾਰ ਔਰ ਆਪਣੇ ਰੰਗ ਦੇ ਅਨੁਸਾਰ ਉਹ ਚੱਲਦੇ ਸੀ। ਹਰ ਇੱਕ ਨੂੰ ਵੱਖਰਾ ਵੱਖਰਾ ਰੰਗ ਸੀ ਔਰ ਹਰ ਇੱਕ ਦੇ ਕੋਲ ਵੱਖਰਾ ਵੱਖਰਾ ਝੰਡਾ ਸੀ ਔਰ ਝੰਡੇ ਦੇ ਉੱਤੇ ਵੱਖਰੇ ਵੱਖਰੇ ਨਿਸ਼ਾਨ ਸੀ। ਹੁਣ ਕੁਐਸਚਨ ਇਹ ਉੱਠਦਾ ਕਿ ਅਸੀਂ ਇੱਥੇ ਸ਼ੇਰ ਦੇਖਦੇ ਪਏ ਹਾਂ, ਕਸ਼ਤੀ ਦੇਖਦੇ ਪਏ ਹਾਂ, ਅਸੀਂ ਸਿਮੀਅਨ ਦੇ ਜਿੱਦਾਂ ਇਹਨਾਂ ਦੇ ਕਈ ਇੱਕ ਦੀ ਇਸ ਦੀ ਢਾਲ ਦੇਖਦੇ ਪਏ ਹਾਂ, ਔਰ ਉਸ ਤੋਂ ਬਾਅਦ ਅਸੀਂ ਦਾਨ ਦੇ ਉੱਤੇ ਤਕੜੀ ਦੇਖਦੇ ਪਏ ਹਾਂ। ਇਹ ਸਾਰੇ ਆਏ ਕਿੱਥੋਂ? ਇਹ ਕਿਹਨੇ ਨਿਸ਼ਚਿਤ ਕੀਤਾ ਕਿ ਇਹਨਾਂ ਨੂੰ ਇਹ ਨਿਸ਼ਾਨ ਦਿੱਤੇ ਜਾਣ? ਕੋਈ ਦੱਸ ਸਕਦਾ?
ਮੇਰੇ ਨਾਲ ਉਤਪਤ ਦੇ ਵਿੱਚ ਐਸੇ ਉਤਪਤ ਦੇ ਵਿੱਚ ਆਓ ਔਰ ਉੱਥੋਂ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਾਂਗੇ। ਉਤਪਤ ਦੇ ਵਿੱਚ ਇਹਨਾਂ ਦਾ ਜਿਹੜਾ ਬਾਪ ਆ, ਬਜ਼ੁਰਗ ਆ, ਉਹਦਾ ਸਮਾਂ ਆ ਗਿਆ ਔਰ ਉਸਨੇ ਹੁਣ ਚਲੇ ਜਾਣਾ ਤੇ ਉਸਨੇ ਆਪਣੇ ਪੁੱਤਰਾਂ ਨੂੰ ਜਾਣ ਤੋਂ ਪਹਿਲਾਂ ਬਰਕਤ ਦਿੱਤੀ ਔਰ ਉਸ ਬਰਕਤ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਛੁਪੀਆਂ ਹੈ। 49 ਭਾਵ 75 ਪੰਨਾ 75 ਪੰਨਾ ਔਰ ਆਓ ਅਸੀਂ ਇਸ ਨੂੰ ਪੜਾਂਗੇ ਔਰ ਦੇਖੋ ਇੱਥੇ ਇਹ ਸਾਰੀਆਂ ਚੀਜ਼ਾਂ ਸੋ ਹੁਣ ਸਭ ਨੂੰ ਸਾਰੇ ਪੁੱਤਰਾਂ ਨੂੰ ਬਰਕਤ ਮਿਲਣੀ ਹੈ ਉਹਨਾਂ ਦੇ ਕਰਤੂਤਾਂ ਅਨੁਸਾਰ। ਔਰ ਵਚਨ 'ਚ ਲਿਖਿਆ ਕਹਿੰਦਾ ਤਦ ਯਾਕੂਬ ਨੇ ਆਪਣੇ ਸਭ ਪੁੱਤਰਾਂ ਨੂੰ ਕਿਹਾ ਆਓ ਸਭ ਮੇਰੇ ਕੋਲ ਇਕੱਠੇ ਹੋਵੋ, ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਨਾਲ ਅੱਗੇ ਕੀ ਹੋਵੇਗਾ। ਸੋ ਪਹਿਲੀ ਜਿਹੜੀ ਬਰਕਤ ਆਈ ਉਹ ਸਭ ਤੋਂ ਵੱਡੇ ਪੁੱਤਰ ਰਾਬੇਨ ਦੀ ਆਈ। ਸੋ हे याकूब ਦੇ ਪੁੱਤਰੋ ਆਪਣੇ ਪਿਤਾ ਇਸਰਾਇਲ ਦੀ ਸੁਣੋ। ਰਾਬੇਨ ਤੂੰ ਮੇਰਾ ਜੇਠਾ ਪੁੱਤਰ ਹੈ, ਤੂੰ ਮੇਰੀ ਮਰਦਾਨਗੀ ਦਾ ਪਹਿਲਾ ਫਲ ਹੈ। ਤੂੰ ਮੇਰੇ ਸਭ ਪੁੱਤਰਾਂ ਦੇ ਵਿੱਚ ਅਭਿਮਾਨੀ ਅਤੇ ਬਲੀ ਹੈ। ਤੂੰ ਵਗਦੇ ਪਾਣੀਆਂ ਅਤੇ ਹੜ੍ਹ ਦੇ ਵਾਂਗ ਹੈ, ਪਰ ਤੂੰ ਪ੍ਰਸਿੱਧੀ ਪ੍ਰਾਪਤ ਨਹੀਂ ਕਰੇਗਾ ਕਿਉਂਕਿ ਤੂੰ ਆਪਣੇ ਪਿਤਾ ਦੀ ਸੇਜ ਤੇ ਚੜ ਗਿਆ ਅਤੇ ਉਸ ਨੂੰ ਬੇਪਤ ਕੀਤਾ। ਸੋ ਅਸੀਂ ਜਿਹੜਾ ਉਹ ਦੇਖਦੇ ਪਏ ਹਾਂ, ਵਾਟਰ ਲਿਲੀ ਦੇਖਦੇ ਪਏ ਹਾਂ। ਪਾਣੀ ਦੇ ਵਿੱਚ ਇੱਕ ਪੌਦਾ ਉੱਗਿਆ ਹੈ ਔਰ ਇੰਨਾ ਪਾਣੀ ਹੁੰਦਿਆਂ ਹੋਇਆ ਵੀ ਵਾਟਰ ਲਿਲੀ ਉਹਦੇ ਗੱਭੇ ਉੱਗੀ ਹੋਆ। ਸੋ ਉਹ ਅਸੀਂ ਚਿੰਨ੍ਹ ਦੇਖਦੇ ਪਏ ਹਾਂ। ਸੋ ਉਸ ਨੂੰ ਜਿਹੜਾ ਚਿੰਨ੍ਹ ਆ ਇਹ ਇੱਥੋਂ ਮਿਲਿਆ ਵਗਦੇ ਪਾਣੀ ਦਾ ਔਰ ਉਸ ਦੇ ਵਿੱਚ ਜਿਹੜੀ ਲਿਲੀ ਖੜੀ ਆ। ਤੇ ਸਭ ਤੋਂ ਵੱਡਾ ਹੋਣ ਤੇ ਵੀ ਤੂੰ ਪ੍ਰਸਿੱਧੀ ਨਹੀਂ ਪ੍ਰਾਪਤ ਕਰੇਗਾ, ਤੂੰ ਸਿਰਫ ਉਹ ਪਾਣੀ ਦੇ ਵਿੱਚ ਲੱਗੇ ਹੋਏ ਕੋਈ ਫੁੱਲ ਦੀ ਤਰ੍ਹਾਂ, ਕਿਉਂਕਿ ਤੂੰ ਆਪਣੇ ਬਾਪ ਨੂੰ ਬੇਪਤ ਕੀਤਾ। ਦੂਸਰਾ ਜਿਹੜਾ ਉਸਦਾ ਪੁੱਤਰ ਸੀ ਉਸਦਾ ਨਾਂ ਸ਼ਿਮਯੋਨ ਸੀ। ਸੋ ਸ਼ਿਮਯੋਨ ਤੇ ਲੇਵੀ ਸਕੇ ਭਰਾ ਹਨ, ਉਹਨਾਂ ਦੀਆਂ ਤਲਵਾਰਾਂ ਨੂੰ ਹਿੰਸਾ ਪਿਆਰੀ ਹੈ। ਮੇਰਾ ਮਨ ਉਹਨਾਂ ਦਾ ਸੰਗ ਨਹੀਂ ਕਰੇਗਾ। ਮੇਰਾ ਮਾਣ ਉਹਨਾਂ ਦੀ ਸਭਾ ਦੇ ਵਿੱਚ ਨਹੀਂ ਹੋਵੇਗਾ, ਕਿਉਂਕਿ ਉਹ ਕ੍ਰੋਧ ਦੇ ਵਿੱਚ ਆ ਕੇ ਮਨੁੱਖਾਂ ਦਾ ਕਤਲ ਕੀਤਾ ਅਤੇ ਬਲਦਾਂ ਦੀਆਂ ਨਸਾਂ ਵੱਢ ਦਿੱਤੀਆਂ। ਉਹਨਾਂ ਦੇ ਕ੍ਰੋਧ ਤੇ ਸਰਾਪ ਆ ਪਵੇਗਾ ਅਤੇ ਉਹਨਾਂ ਦਾ ਗੁੱਸਾ ਤੇਜ਼ ਹੈ ਅਤੇ ਉਹਨਾਂ ਦਾ ਕ੍ਰੋਧ ਅਤਿਆਚਾਰੀ ਹੈ। ਮੈਂ ਉਹਨਾਂ ਨੂੰ ਇਜ਼ਰਾਈਲ ਦੇ ਵਿੱਚ ਖਿੰਡਾ ਦੇਵਾਂਗਾ। ਸੋ ਇੱਕ ਤਾਂ ਖਿੰਡਣਾ ਹੀ ਖਿੰਡਣਾ ਹੈ, ਕਿਉਂਕਿ ਉਹ ਲੇਵੀ ਆ, ਪ੍ਰਭੂ ਨੇ ਉਸ ਨੂੰ ਪ੍ਰੋਤਾਈ ਦੇਣੀ। ਸੋ ਉਸ ਦਾ ਜਿਹੜਾ ਚਿੰਨ੍ਹ ਆ ਉਹਦੀ ਪ੍ਰੋਤਾਈ ਦੇ ਕਰਕੇ ਉਸ ਨੂੰ ਮਨੋਰਾ ਮਿਲਿਆ। ਲੇਕਿਨ ਦੂਸਰੇ ਦਾ ਜਿਹੜਾ ਹੈ ਉਹ ਜਿਹੜੀ ਢਾਲ ਦੇ ਵਿੱਚ ਤਲਵਾਰ ਆ ਉਹ ਮਿਲੀ। ਕਿਉਂਕਿ ਜਿਹੜੀ ਉਹਨਾਂ ਦੀ ਭੈਣ ਸੀਗੀ ਉਸਨੇ ਦੂਸਰੀ ਕੌਮ ਦੇ ਵਿੱਚ ਜਾ ਕੇ ਵਿਆਹ ਕਰਾ ਲਿਆ ਸੀ ਤੇ ਇਹਨਾਂ ਨੇ ਰਾਤ ਨੂੰ ਜਾ ਕੇ ਉਹਨਾਂ ਸਾਰਿਆਂ ਨੂੰ ਮਾਰ ਦਿੱਤਾ ਸੀ ਔਰ ਉਹਨਾਂ ਦੇ ਜਾਨਵਰਾਂ ਦੀਆਂ ਨਸਾਂ ਵੱਢ ਦਿੱਤੀਆਂ ਸੀ। ਔਰ ਇਸ ਕਰਕੇ ਪ੍ਰਭੂ ਨੇ ਇਸ ਕਰਕੇ ਉਹਨਾਂ ਦੇ ਬਾਪ ਨੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੈਂ ਦੋਨਾਂ ਨੂੰ ਸਾਰੀ ਕੌਮ ਦੇ ਵਿੱਚ ਖਿੰਡਾ ਦੇਵਾਂਗਾ। ਔਰ ਇਹਨਾਂ ਦੇ ਨਾਲ ਵਾਕਈ ਅਸੀਂ ਗਾਂਹ ਜਾ ਕੇ ਦੇਖਣਾ ਇਹਨਾਂ ਦੇ ਨਾਲ ਵਾਕਈ ਇਹ ਹੁੰਦਾ ਪਿਆ। ਸਭ ਤੋਂ ਵੱਡੀ ਜਿਹੜੀ ਹੁਣ ਬਰਕਤ ਦੋ ਜਾਣਿਆਂ ਨੂੰ ਮਿਲੀ, ਉਹ ਮਿਲਣੀ ਹੈਗੀ ਆ ਯਹੂਦਾ, ਔਰ ਦੂਸਰੀ ਬਰਕਤ ਜਿਹੜੀ ਸਭ ਤੋਂ ਜ਼ਿਆਦਾ ਮਿਲਣੀ ਹੈ ਉਹ ਮਿਲਣੀ ਹੈ ਅਸੀਂ ਗਾਂਹ ਜਾ ਕੇ ਦੇਖਣਾ ਜਿਹੜਾ ਉਸਦਾ ਪੁੱਤਰ ਯੂਸਫ, ਉਸਨੂੰ ਦੋਹਰੀ ਬਰਕਤ ਮਿਲਣੀ। ਸੋ ਲੇਕਿਨ ਪ੍ਰਭੂ ਦੀ ਜਿਹੜੀ ਬਰਕਤ ਉਹ ਯਹੂਦਾ ਨੂੰ ਮਿਲਣੀ। ਹੁਣ ਦੇਖੋ 8ਵੀਂ ਆਇਤ ਤੇ ਅਸੀਂ ਆ ਗਏ। ਯਹੂਦਾ ਤੇਰੇ ਭਰਾ ਤੇਰੀ ਸ਼ਲਾਘਾ ਕਰਨਗੇ, ਤੇਰਾ ਹੱਥ ਤੇਰੇ ਵੈਰੀਆਂ ਦੇ ਉੱਤੇ ਹੋਵੇਗਾ, ਤੇਰੇ ਭਰਾ ਤੇਰੇ ਅੱਗੇ ਆਪਣੇ ਸਿਰ ਨੀਵਾਂ ਕਰਨਗੇ। ਤੂੰ ਸ਼ੇਰ ਦਾ ਬੱਚਾ ਹੈ ਅਤੇ ਤੂੰ ਆਪਣਾ ਸ਼ਿਕਾਰ ਕਰਕੇ ਉਤਾਂ ਚੜ ਗਿਆ। ਤੂੰ ਸ਼ੇਰ ਦੇ ਵਾਂਗ ਬਲਕਿ ਸ਼ੇਰਨੀ ਦੇ ਵਾਂਗ ਸਿਰ ਨੀਵਾਂ ਹੋ ਕੇ ਬੈਠ ਗਿਆ, ਕੌਣ ਤੈਨੂੰ ਛੇੜੇਗਾ। ਯਹੂਦਾ ਹਮੇਸ਼ਾ ਰਾਜ ਕਰੇਗਾ, ਉਸਦਾ ਰਾਜਦੰਡ ਹਮੇਸ਼ਾ ਉਸਦੇ ਕੋਲ ਰਹੇਗਾ ਜਦੋਂ ਤੱਕ ਕਿ ਸ਼ਾਂਤੀ ਦਾਤਾ ਉਸਦਾ ਵਾਰਿਸ ਨਾ ਆ ਜਾਵੇ।
ਲੋਕ ਉਸ ਦੇ ਸਾਹਮਣੇ ਆਪਣਾ ਸਿਰ ਨੀਵਾਂ ਕਰਨਗੇ। ਉਹ ਆਪਣਾ ਗਧਾ ਅੰਗੂਰ ਦੀ ਵੇਲ ਦੇ ਨਾਲ ਬੰਨੇਗਾ ਅਤੇ ਆਪਣੀ ਗਧੀ ਦਾ ਬੱਚਾ ਚੁਣੀ ਹੋਈ ਵੇਲ ਦੇ ਨਾਲ। ਉਹ ਆਪਣੇ ਕੱਪੜੇ ਮੈਅ ਦੇ ਵਿੱਚ ਧੋਵੇਗਾ ਅਤੇ ਆਪਣਾ ਚੋਗਾ ਅੰਗੂਰ ਦੇ ਰਸ ਦੇ ਵਿੱਚ ਧੋਵੇਗਾ। ਉਸ ਦੀਆਂ ਅੱਖਾਂ ਮੈਅ ਨਾਲ ਲਾਲ ਅਤੇ ਦੁੱਧ ਦੇ ਨਾਲ ਉਸਦੇ ਦੰਦ ਚਿੱਟੇ ਹੋਣਗੇ। ਸੋ ਅਸੀਂ ਕੀ ਦੇਖਦੇ ਪਏ, ਉਸਨੂੰ ਸ਼ੇਰ ਦੀ ਬਰਕਤ ਮਿਲੀ, ਉਸਨੂੰ ਅਗਵਾਈ ਮਿਲੀ। ਇਸ ਕਰਕੇ ਸਭ ਤੋਂ ਮੋਹਰੇ ਜਿਹੜਾ ਤੁਰਦਾ ਸੀ ਉਹ ਸ਼ੇਰ ਦਾ ਨਿਸ਼ਾਨ ਹੁੰਦਾ ਸੀ, ਸ਼ੇਰ ਦਾ ਉੱਥੇ ਝੰਡਾ ਹੁੰਦਾ ਸੀ ਔਰ ਬੈਨਰ ਹੁੰਦਾ ਸੀ, ਔਰ ਉਸ ਦੇ ਪਿੱਛੇ ਯਹੂਦਾ ਜਿਹੜਾ ਸੀ ਉਹ ਸਾਰਿਆਂ ਦੀ ਅਗਵਾਈ ਕਰਦਾ ਸੀ। ਉਹਦਾ ਜਿਹੜਾ ਕਬੀਲਾ ਸੀ ਉਹ ਸਾਰਿਆਂ ਦੀ ਅਗਵਾਈ ਕਰਦਾ ਸੀ। ਵਿਰੋਧਤਾ ਨੂੰ ਛੱਡ ਕੇ ਜਿਹੜਾ ਪੂਰਬ ਦੇ ਵੱਲ ਜਿਹੜਾ ਸਭ ਤੋਂ ਮੋਹਰੇ ਕਬੀਲਾ ਜਿਹੜਾ ਬਹਿੰਦਾ ਸੀ ਤੰਬੂ ਦੇ ਦਰਵਾਜ਼ੇ ਦੇ ਅੱਗੇ, ਉਹ ਹਮੇਸ਼ਾ ਯਹੂਦਾ ਦਾ ਕਬੀਲਾ ਹੁੰਦਾ ਸੀ। ਸੋ ਉਸਨੂੰ ਜਿਹੜੀ ਬਰਕਤ ਮਿਲੀ ਔਰ ਜਿਹੜਾ ਉਸਦਾ ਨਿਸ਼ਾਨ ਸੀ ਉਹ ਉਸਦੇ ਬਾਪ ਨੇ ਇਹ ਦਿੱਤਾ। ਔਰ ਉਸ ਤੋਂ ਬਾਅਦ ਅਸੀਂ ਦੇਖਿਆ ਜਬਲੂਨ ਦੇ ਸਾਗਰ ਦੇ ਤੱਟ ਤੇ ਵਾਸ ਕਰੇਗਾ ਅਤੇ ਬੇੜਿਆਂ ਦਾ ਘਾਟ ਬਣੇਗਾ ਅਤੇ ਜਿਸ ਦਾ ਦੂਜਾ ਕੰਢਾ ਸਿਦੋਨ ਤੱਕ ਹੋਵੇਗਾ। ਸੋ ਅਸੀਂ ਕੀ ਦੇਖਦੇ ਪਏ ਹਾਂ ਕਿ ਜਿਹੜਾ ਉਸਨੂੰ ਜਿਹੜਾ ਦਿੱਤਾ ਗਿਆ ਨਿਸ਼ਾਨ ਦਿੱਤਾ ਗਿਆ, ਉਹਦਾ ਜਿਹੜਾ ਬੈਨਰ ਆ ਉਸ ਦੇ ਉੱਤੇ ਬੇੜੀ ਦਾ ਨਿਸ਼ਾਨ ਆ ਔਰ ਉਸਨੂੰ ਲੈ ਕੇ ਜਾ ਰਿਹਾ। I mean, it's not a bunch of ragtag guys running around ਔਰ ਕਿਸੇ ਨੂੰ ਕੁਛ ਪਤਾ ਹੀ ਨਹੀਂ ਕੀ ਹੁੰਦਾ ਪਿਆ। ਐਵੇਂ ਨਹੀਂ ਸੀ ਲੋਕ ਡਰਦੇ ਜਿਸ ਲਈ ਤੁਰ ਕੇ ਜਾਂਦੇ ਸੀ ਕਿ ਐਡੀ ਵੱਡੀ ਸੈਨਾ ਕਿੱਥੋਂ ਆ ਰਹੀ ਹੈ। ਜਿਸ ਆਕਾਰ ਇੱਕ ਤਕੜੇ ਖੋਤੇ ਦੇ ਵਾਂਗ ਹੈ ਜੋ ਬਾੜਾਂ ਦੇ ਵਿੱਚ ਵੜ ਕੇ ਲੁਕ ਕੇ ਬੈਠਦਾ ਹੈ ਅਤੇ ਉਸਨੇ ਇੱਕ ਆਰਾਮ ਥਾਂ ਦੇਖੀ ਜੋ ਸੁੰਦਰ ਤੇ ਸੁਹਾਵਣੀ ਸੀ ਅਤੇ ਉਸਨੇ ਆਪਣਾ ਮੋਢਾ ਢਾ ਦਿੱਤਾ ਅਤੇ ਇੱਕ ਵਿਕਾਰੀ ਦਾ ਕਾਮਾ ਬਣ ਗਿਆ। ਸੋ ਅਸੀਂ ਕੀ ਦੇਖਦੇ ਪਏ ਹਾਂ, ਇੱਕ ਗਧਾ ਜਿਸਨੇ ਬਹੁਤ ਸਾਰਾ ਭਾਰ ਚੁੱਕਿਆ ਹੈ, ਉਹ ਉਹਨਾਂ ਦੀ ਨਿਸ਼ਾਨੀ ਹੈ। ਉਸ ਨੂੰ ਲੈ ਕੇ ਉਹ ਚੱਲਦੇ ਪਏ ਆ। ਔਰ ਅਦਾਨ ਇਸਰਾਇਲ ਦਾ ਕਬੀਲਿਆਂ ਦੇ ਵਿੱਚ ਨਿਆਂਕਰਤਾ ਦੇ ਰੂਪ ਦੇ ਵਿੱਚ ਉੱਥੇ ਕੀ ਦੇਖਦੇ ਪਏ ਆ, ਤੱਕੜੀ। ਉਹਦੇ ਕਬੀਲੇ ਨੂੰ ਜਿਹੜਾ ਨਿਸ਼ਾਨ ਦਿੱਤਾ ਗਿਆ, ਚਿੰਨ੍ਹ ਦਿੱਤਾ ਗਿਆ, ਤੱਕੜੀ ਦਾ ਦਿੱਤਾ ਗਿਆ। ਬਲਕਿ ਉਹ ਇੱਕ ਸੱਪ ਦੇ ਵਾਂਗ ਹੋਵੇਗਾ, ਬਲਕਿ ਰਾਹ ਦੇ ਵਿੱਚ ਬਹੇਲਾ ਸੱਪ ਦੇ ਵਾਂਗ ਜੋ ਘੋੜੇ ਦੀ ਅੱਡੀ ਨੂੰ ਡੰਗ ਮਾਰਦਾ ਹੈ ਅਤੇ ਜਿਸ ਦਾ ਸਵਾਰ ਪਿੱਛੇ ਦੇ ਵੱਲ ਨੂੰ ਡਿੱਗਦਾ ਹੈ। ਸੋ ਹੇ ਪ੍ਰਭੂ, ਮੈਂ ਤੇਰੀ ਮੁਕਤੀ ਦੀ ਉਡੀਕ ਕੀਤੀ ਹੈ। ਗਾਦ ਤੇ ਲੁਟੇਰਿਆਂ ਨੇ ਹੱਲਾ ਬੋਲਣਗੇ ਅਤੇ ਪਰ ਉਹ ਉਹਨਾਂ ਨੂੰ ਪਿੱਛੇ ਧਕੇਲ ਦੇਵੇਗਾ। ਅਸੇਰ ਦੀ ਧਰਤੀ ਮਿੱਠੀ ਰੋਟੀ ਪੈਦਾ ਕਰੇਗੀ। ਸੋ ਅਸੀਂ ਕੀ ਦੇਖਦੇ ਪਏ, ਉਹਦੇ ਅਨੁਸਾਰ ਗਾਦ ਦੇ ਕਬੀਲੇ ਨੂੰ ਅਸੀਂ ਦੇਖਿਆ ਹੈਗਾ ਤੇ ਉਹਦਾ ਇੱਕ ਟਰੀ ਆ ਔਰ ਇੱਕ ਸਟਰੋਂਗ ਕਿਲਾ ਜਿਹੜਾ ਅਸੀਂ ਦੇਖਿਆ, ਇੱਕ ਸਟਰੋਂਗ ਕਿਲਾ ਜਿਹੜਾ ਦੇਖਿਆ ਨਿਸ਼ਾਨ, ਉਹ ਗਾਦ ਨੂੰ ਮਿਲਿਆ। ਔਰ ਇਸੇ ਤਰ੍ਹਾਂ ਜਿਹੜਾ ਅਸੀਂ ਦੇਖਿਆ ਕਿ ਇੱਕ ਦਰਖਤ ਦੇਖਦੇ ਪਏ ਹਾਂ, ਉਹ ਅਸੀਂ ਇਸ ਨੂੰ ਅਸੇਰ ਦੇ ਕਬੀਲੇ ਨੂੰ ਦੇਖਦੇ ਪਏ। ਨਫਤਾਲੀ ਇੱਕ ਆਜ਼ਾਦ ਹਰਨੀ ਹੈ, ਉੱਥੇ ਇੱਕ ਹਰਨ ਦਾ ਨਿਸ਼ਾਨ ਅਸੀਂ ਦੇਖਦੇ ਪਏ ਹਾਂ। ਕਿੱਥੋਂ ਮਿਲਿਆ? ਬਾਪ ਦੀ ਬਰਕਤ ਤੋਂ। ਯੂਸਫ ਤੋਂ ਫਲਦਾਰ ਕਲੰਗਰ ਹੈ, ਉੱਥੇ ਅਸੀਂ ਕੀ ਦੇਖਦੇ ਪਏ ਹਾਂ, ਇੱਕ ਖੇਤ ਹੈ ਜਿਸ ਦੇ ਵਿੱਚ ਕਣਕ ਉੱਗੀ ਹੋਈ, ਔਰ ਕਿਉਂਕਿ ਉਹ ਬੇਸਿਕਲੀ ਸਾਰਿਆਂ ਦੀ ਜਾਨ ਉਸਨੇ ਬਚਾਈ ਸੀ, ਸੋ ਇਸ ਕਰਕੇ ਉਸਨੂੰ ਦੋ ਕਬੀਲੇ ਮਿਲੇ। ਉਹਦੇ ਦੋਨੇ ਜਿਹੜੇ ਪੁੱਤਰ ਸੀ ਉਹਨਾਂ ਨੂੰ ਕਬੀਲਾ ਮਿਲਿਆ। ਸੋ ਇੱਕ ਦਾ ਹੈ ਖੇਤ ਵਿੱਚ ਕਣਕ ਉੱਗੀ ਹੋਈ, ਦੂਜਾ ਹੈ ਜਿਹੜਾ ਖੇਤ ਦਾ ਪੂਲਾ ਬਚਿਆ ਹੈ। ਸੋ ਔਰ ਉਹ ਸਾਰੇ ਉਸ ਨਿਸ਼ਾਨ ਦੇ ਥੱਲੇ ਜਾਂਦੇ ਪਏ ਆ। ਕਈ ਇਹ ਕਹਿੰਦੇ ਕਿ ਨਹੀਂ, ਜਿਹੜਾ ਸੀਗਾ ਇਫਰਾਇਮ ਉਹਦਾ ਪੁੱਤਰ ਸੀਗਾ, ਉਹ ਕਣਕ ਦਾ ਖੇਤ ਸੀਗਾ, ਔਰ ਜਿਹੜਾ ਉਸਦਾ ਦੂਸਰਾ ਪੁੱਤਰ ਸੀ ਉਹ ਅੰਗੂਰ ਦੀ ਵੇਲ ਸੀ। ਸੋ ਐਨੀ ਹਾਊ ਉਹਨਾਂ ਦੇ ਕੋਲ ਆਪਣਾ ਨਿਸ਼ਾਨ ਸੀ। ਇਸ ਦੇ ਅਨੁਸਾਰ ਤੀਰ ਅੰਦਾਜ਼ਾ ਨੇ ਉਸਦੇ ਬੁਰੀ ਤਰ੍ਹਾਂ ਹੱਲਾ ਕੀਤਾ, ਉਸਦਾ ਪਿੱਛਾ ਕੀਤਾ, ਪਰ ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ਰ ਦੀ ਸ਼ਕਤੀ ਦੇ ਨਾਲ ਇਜ਼ਰਾਈਲ ਦੇ ਚਰਵਾਹੇ ਅਰਥਾਤ ਚਟਾਨ ਦੇ ਨਾਲ ਯੂਸਫ ਦਾ ਧਨੁਖ ਸਿੱਧਾ ਕੱਸਿਆ ਰਿਹਾ ਅਤੇ ਉਸਦੀਆਂ ਬਾਹਾਂ ਬਲੀ ਰਹੀਆਂ। ਤੇਰੇ ਪਿਤਾ ਦਾ ਪਰਮੇਸ਼ਰ ਤੇਰੀ ਮਦਦ ਕਰਦਾ ਹੈ, ਸਰਵ ਸ਼ਕਤੀਮਾਨ ਪਰਮੇਸ਼ਰ ਤੈਨੂੰ ਅਸੀਸ ਦਿੰਦਾ ਹੈ। ਉਹ ਤੈਨੂੰ ਉੱਪਰੋਂ ਆਕਾਸ਼ ਦੇ ਵਿੱਚੋਂ ਮੀਂਹ ਅਤੇ ਹੇਠੋਂ ਧਰਤੀ ਦੇ ਚਸ਼ਮਿਆਂ ਦੇ ਨਾਲ ਅਸੀਸ ਦਿੰਦਾ ਹੈ। ਉਹ ਤੈਨੂੰ ਬਹੁਤ ਸਾਰੇ ਪਸ਼ੂਆਂ ਅਤੇ ਬੱਚਿਆਂ ਦੇ ਨਾਲ ਅਸੀਸ ਕਰਦਾ ਹੈ। ਤੇਰੇ ਪਿਤਾ ਦੀਆਂ ਅਸੀਸਾਂ ਪ੍ਰਾਚੀਨ ਪਹਾੜਾਂ ਦੀਆਂ ਅਸੀਸਾਂ ਦੇ ਅਧਿਕ ਅਤੇ ਪਰੇ ਹਨ।
ਉਹ ਸਭ ਅਸੀਸਾਂ ਯੂਸਫ ਨੂੰ ਮਿਲਣ ਜੋ ਆਪਣੇ ਭਰਾਵਾਂ ਦੇ ਵਿੱਚੋਂ ਵੱਖਰਾ ਚੁਣ ਲਿਆ ਗਿਆ ਹੈ। ਬਿਨਯਾਮੀਨ ਪਾੜ ਖਾਣ ਵਾਲੇ ਬਘਿਆੜ ਦੇ ਵਾਂਗ ਹੈ ਜੋ ਸਵੇਰ ਦੇ ਵੇਲੇ ਸ਼ਿਕਾਰ ਨੂੰ ਨਿਕਲ ਜਾਂਦਾ ਹੈ ਅਤੇ ਤਰਕਾਲਾਂ ਨੂੰ ਆਪਣੀ ਲੁੱਟ ਵੰਡਦਾ ਹੈ। ਇਹ ਉਸਨੇ ਕਬੀਲਿਆਂ ਨੂੰ ਨਿਸ਼ਾਨ ਦਿੱਤੇ ਔਰ ਉਹ ਕਬੀਲੇ ਇਸੇ ਹੀ ਨਿਸ਼ਾਨ ਦੇ ਵਿੱਚ ਉਹ ਬੈਠਦੇ ਸੀ ਔਰ ਇਸੇ ਹੀ ਨਿਸ਼ਾਨ ਦੇ ਥੱਲੇ ਆਪਣੇ ਆਪਣੇ ਨਿਸ਼ਾਨ ਦੇ ਥੱਲੇ ਔਰ ਆਪਣੇ ਆਪਣੇ ਰੰਗ ਦੇ ਥੱਲੇ ਉਹ ਤੁਰਦੇ ਸੀ। 12 ਕਬੀਲਿਆਂ ਦੇ ਕੋਲ ਜਿਹੜਾ ਸੀਗਾ ਲੇਵੀ ਦਾ ਕਬੀਲਾ ਸੀ, ਕਿਉਂਕਿ ਉਹ ਪੁਰੋਹਿਤ ਸੀਗਾ, ਉਹਨਾਂ ਦਾ ਜਿਹੜੇ ਕੱਪੜੇ ਹੁੰਦੇ ਸੀ ਉਹ ਚਿੱਟੇ ਹੁੰਦੇ ਸੀ, ਸਾਫ਼ ਹੁੰਦੇ ਸੀ। ਬਾਕੀ ਸਾਰਿਆਂ ਨੂੰ ਵੱਖਰੇ ਵੱਖਰੇ ਰੰਗ ਦਿੱਤੇ ਗਏ ਸੀ। ਉਹ ਆਪਣੇ ਆਪਣੇ ਰੰਗ ਦੇ ਅਨੁਸਾਰ ਚੱਲਦੇ ਸੀ ਤਾਂ ਕਿ ਦੂਰੋਂ ਪਤਾ ਲੱਗ ਜਾਂਦਾ ਸੀ ਕਿ ਆਹ ਜਿਹੜਾ ਰੰਗ ਆ ਔਰ ਆਹ ਜਿਹੜਾ ਚਿੰਨ੍ਹ ਆ ਕੌਣ ਆ ਰਿਹਾ। ਹਾਲੇ ਤੱਕ ਇੱਟਾਂ ਪੱਥਰ ਜਿਹੜੇ ਪੱਥਦੇ ਉਹ ਨਿਸ਼ਾਨ ਉਹਨਾਂ ਦੇ ਹੱਥਾਂ ਤੇ ਸਾਲ ਹੀ ਹੋਇਆ, ਹਾਲੇ ਤੱਕ ਉਹ ਰੱਟਣ ਉਹਨਾਂ ਦੇ ਹੱਥਾਂ ਦੇ ਉੱਤੇ। ਪਰ ਦੇਖੋ ਪ੍ਰਭੂ ਨੇ ਕਿੰਨੀ ਭਾਰੀ ਗੱਲ ਕਰ ਦਿੱਤੀ। Let us pray. ਪਿਆਰੇ ਪ੍ਰਭੂ, ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਤੂੰ ਸਾਡਾ ਮਹਾਨ ਪਰਮੇਸ਼ਵਰ ਆ, ਤੂੰ ਦਿਆਲੂ ਆ, ਕਿਰਪਾਲੂ। ਪਿਆਰੇ ਪ੍ਰਭੂ, ਮੈਂ ਆਪਣੇ ਭੈਣ ਭਰਾਵਾਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦਾ। ਖੁਦਾਵੰਦ, ਤੂੰ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਵੱਖਰੇ ਕਰਦਾ, ਸ਼ਿੰਗਾਰਦਾ, ਔਰ ਪ੍ਰਭੂ ਜੀ ਤੂੰ ਉਹਨਾਂ ਨੂੰ ਆਪਣੇ ਰਹਿਮ ਦੇ ਵਿੱਚ ਰੱਖਦਾ। ਖੁਦਾਵੰਦ, ਅਸੀਂ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਜਿੱਦਾਂ ਜਿੱਦਾਂ ਤੇਰੇ ਵਚਨ ਦੇ ਵਿੱਚ ਵੱਧਦੇ ਜਾ ਰਹੇ ਹਾਂ ਪ੍ਰਭੂ ਜੀ, ਅਸੀਂ ਦੇਖਦੇ ਜਾਂਦੇ ਪਏ ਹਾਂ ਤੂੰ ਆਪਣੇ ਲੋਕਾਂ ਦੀ ਕਿਸ ਤਰ੍ਹਾਂ ਸੰਭਾਲ ਕਰ। ਪਿਆਰੇ ਪ੍ਰਭੂ, ਇਹ ਤੇਰੀ ਸੰਭਾਲ ਸਾਡੇ ਸਭ ਦੇ ਨਾਲ ਬਣੀ ਰਹੇ, ਤੇਰਾ ਰਹਿਮ, ਤੇਰੀ ਦਇਆ ਸਾਡੇ ਸਭ ਦੇ ਨਾਲ ਬਣਿਆ ਰਹੇ, ਤੇਰਾ ਪਿਆਰ ਬਣਿਆ ਰਹੇ। ਅਸੀਂ ਆਪਣੇ ਬੱਚਿਆਂ ਨੂੰ ਔਰ ਤੇਰੇ ਹੱਥਾਂ ਦੇ ਵਿੱਚ ਦਿੰਦੇ। ਖੁਦਾਵੰਦ, ਤੇਰੀ ਰਾਖੀ, ਤੇਰਾ ਰਹਿਮ ਸਾਡੇ ਬੱਚਿਆਂ ਤੇ ਵੀ ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰਾ ਪਿਆਰ, ਸ਼ਾਂਤੀ, ਆਰਾਮ ਸਾਡੇ ਨਾਲ ਚੱਲੇ। ਤੇਰੀ ਰਾਖੀ ਪ੍ਰਭੂ ਜੀ ਸਾਡੇ ਅੱਗੇ ਪਿੱਛੇ, ਸੱਜੇ ਖੱਬੇ ਹੋਵੇ। ਪੈਰਾਂ 'ਚ ਛੋਟਾ ਰਸਤਾ, ਸੁਰਗ 'ਚ ਤੇਰੀ ਨਿਗਾਹਬਾਨੀ, ਔਰ ਸਾਡੇ ਅੰਦਰ ਪ੍ਰਭੂ ਜੀ ਪਵਿੱਤਰ ਆਤਮਾ ਦੀ ਬਖਸ਼ਿਸ਼। ਇਹ ਸਭ ਕੁਛ ਅਸੀਂ ਆਪਣੇ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ। ਜਦ ਤੱਕ ਅਸੀਂ ਦੁਆਰਾ ਮਿਲੀਏ ਪ੍ਰਭੂ ਜੀ, ਤੇਰਾ ਰਹਿਮ, ਤੇਰੀ ਕੁਦਰਤ ਸਾਡੇ ਸਭ ਦੇ ਨਾਲ ਬਣੀ ਰਹੇ, ਯਿਸੂ ਦੇ ਨਾਮ 'ਚ। ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ। ਔਰ ਕੱਲ ਨੂੰ ਆਪਾਂ ਸੇਮ ਟਾਈਮ ਮਿਲਾਂਗੇ ਔਰ ਫਿਰ ਵਚਨ ਦੇ ਵਿੱਚ ਅੱਗੇ